राखी मेरी। मैं मूर्ख की केतक बात है, कोट पराधी तरिया रे। गुर नानक जिन सुनिया ਵੇਖਿਆ, से फिर गर्भास न परिया रे। तेरे कमन कमन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। ऊच अपार बेअंत सुआमी, कौन जाने गुण तेरे। गावते उदर है सुनते उदर है, बिन सह पाप कन्हेरे। पशु परेत मुगत का तारे, पाहन पारे उतारै। नानक दास तेरी सरनाई, सदा सदा बलिहारै। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ। ਸੰਤੋ ਗੁਰਮੁਖ ਦੇ ਵਡਿਆਈ, ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ। ਸੰਤੋ ਗੁਰਮੁਖ ਦੀ ਵਡਿਆਈ। ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ, ਕਾਮ ਕ੍ਰੋਧ ਵਿੱਚੋਂ ਜਾਈ। ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ। ਜਿਸ ਤੇ ਉਪਜੇ ਤਿਸ ਤੇ ਬਿਨਸੇ, ਅੰਤੇ ਨਾਮ ਸਖਾਈ। ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜਿਨ ਰਚਾਈ। ਸੱਚਾ ਸ਼ਬਦ ਰਵੈ ਘਟ ਅੰਤਰ, ਸੱਚੇ ਸਿਉ ਲਿਵ ਲਾਈ। ਸਤ ਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ। ਪਰਮ ਨ ਭੂਲਹੁ ਸਤਿਗੁਰ ਸੇਵਹੁ, ਮਨ ਰਾਖੋ ਇਕ ਠਾਈ। ਬਿਨ ਨਾਵੈ ਸਭ ਭੂਲੀ ਫਿਰਦੀ, ਬਿਰਥਾ ਜਨਮ ਗਵਾਈ। ਜੋਗੀ ਜੁਗਤ ਗਵਾਈ ਹੰਢੈ, ਪਾਖੰਡ ਜੋਗ ਨਾ ਪਾਈ। ਸਿਵ ਨਗਰੀ ਮੈਂ ਆਸਣ ਬੈਸੇ, ਗੁਰ ਸਬਦੀ ਜੋਗ ਪਾਈ। ਧਾਤੁਰ ਬਾਜੀ ਸ਼ਬਦ ਨਿਵਾਰੇ, ਨਾਮ ਵਸੈ ਮਨ ਆਈ। ਇਹੋ ਸਰੀਰ ਸਰਵਰ ਹੈ ਸੰਤੋ, ਇਸਨਾਨ ਕਰੇ ਲਿਵ ਲਾਈ। ਨਾਮ ਇਸਨਾਨ ਕਰਹਿ ਸੇ ਜਨ ਨਿਰਮਲ, ਸਬਦੇ ਮੈਲ ਗਵਾਈ। ਤ੍ਰੈ ਗੁਣ ਅਚੇਤ ਨਾਮ ਚੇਤਹਿ ਨਾਹੀ, ਬਿਨ ਨਾਵੈ ਬਿਨ ਸਜਾਈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ, ਫਿਰ ਗੁਣ ਭਰਮ ਭੁਲਾਈ। ਗੁਰ ਪ੍ਰਸਾਦੀ ਤਰਕੁਟੀ ਛੂਟੈ, ਚੌਥੈ ਪਦ ਲਿਵ ਲਾਈ। ਪੰਡਤ ਪੜ੍ਹੈ ਪੜਵਾਦ ਵਖਾਣਹਿ, ਤਿਨਾ ਬੂਝ ਨਾ ਪਾਈ। ਵੇਖਿਆ ਮਾਤੇ ਭਰਮ ਭੁਲਾਏ, ਉਪਦੇਸ ਕਰਹਿ ਕਿਸ ਭਾਈ। ਉਪਦੇਸ ਕਹਿ ਕਿਸ ਭਾਈ, ਭਗਤ ਜਨਾ ਕੀ ਊਤਮ ਬਾਣੀ। ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੋ ਗਤ ਪਾਏ। ਸਬਦੇ ਸੱਚ ਸਮਾਈ। ਕਾਇਆ ਨਗਰੀ ਸਬਦੇ ਖੋਜੇ, ਨਾਮ ਨਵੰ ਨਿਧ ਪਾਈ। ਮਨਸਾ ਮਾਰ ਮਨ ਸਹਿਜ ਸਮਾਣਾ, ਬਿਨ ਰਸਨਾ ਉਸਤਤ ਕਰਾਈ। ਲੋਇਨ ਦੇਖ ਰਹੇ ਬਿਸਮਾਦੀ, ਚਿਤ ਦਿਸ਼ਟ ਲਗਾਈ। ਅਦਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਿਲਾਈ। ਹਉ ਗੁਰ ਸਾਲਾਹੀ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ। ਨਾਨਕ ਏਕ ਕਹੈ ਬੇਨੰਤੀ,
ਨਾਵਹੁ ਗਤ ਪਦ ਪਾਈ। ਹਉ ਗੁਰ ਸਾਲਾਹੀ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ। ਨਾਨਕੇ ਕਹਿ ਬੇਨੰਤੀ, ਨਾਵਹੁ ਗਤ ਪਦ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ, ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਅੰਮ੍ਰਿਤ ਵੇਲੇ ਤੋਂ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਲੜੀਵਾਰ ਰੂਪ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 909 ਅੰਗ ਤੇ ਇਹ ਪਾਵਨ ਸ਼ਬਦ ਰਾਮਕਲੀ ਰਾਗ ਦੀਆਂ ਅਸ਼ਟਪਦੀਆਂ ਚੋਂ ਤੀਜੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਅੰਮ੍ਰਿਤ ਬਾਣੀ, ਇਹ ਪਾਵਨ ਸ਼ਬਦ ਆਰੰਭ ਹੁੰਦਾ ਹੈ ਅਤੇ 910 ਅੰਗ ਤੇ ਸੰਪੂਰਨ ਹੁੰਦਾ ਹੈ। ਤੋ ਗਰੀਬ ਨਵਾਜ ਸਾਹਿਬ ਜੀ ਸਤਿਗੁਰੂ ਤੀਜੇ ਪਾਤਸ਼ਾਹ ਜੀ ਦੀ ਇਹ ਰਾਮਕਲੀ ਰਾਗ ਦੀ ਦੂਸਰੀ ਅਸ਼ਟਪਦੀ ਹੈ। ਸਰਲੇਖ ਅਸ਼ਟਪਦੀਆਂ ਮਹਾਰਾਜ ਨੇ ਦਿੱਤਾ ਹੈ, ਪਰ ਪਦੇ 8 ਤੋਂ ਵੱਧ ਵੀ ਆਉਂਦੇ ਹਨ। ਜਿਵੇਂ ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਰਾਮਕਲੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ, ਜਿਨ੍ਹਾਂ ਸਤਿਗੁਰਾਂ ਦੇ ਗੁਣ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਭੱਟ ਸਾਹਿਬਾਨਾਂ ਨੇ ਆਖਿਆ, ਭੱਲ ਭੱਟ ਜੀ ਕਹਿੰਦੇ ਹਨ ਵੀ ਜਿਵੇਂ ਮੀਂਹ ਪੈਂਦਾ ਹੈ ਤੇ ਕਿੰਨੀਆਂ ਕਣੀਆਂ ਡਿੱਗਦੀਆਂ, ਉਹ ਕਣੀਆਂ ਨਹੀਂ ਕੋਈ ਗਿਣ ਸਕਦਾ। ਮੀਂਹ ਦੀਆਂ ਬੂੰਦਾਂ ਕੋਈ ਗਿਣ ਸਕਦਾ ਭਲਾ? ਬਨਸਪਤੀ ਹੈ ਕਿੰਨੀ ਧਰਤੀ ਦੇ ਉੱਤੇ, ਸਾਰੀ ਸ੍ਰਿਸ਼ਟੀ ਦੇ ਵਿੱਚ ਦਰਖਤਾਂ ਨੂੰ ਕੋਈ ਗਿਣ ਸਕਦਾ ਹੈ? ਨਹੀਂ ਗਿਣੇ ਜਾ ਸਕਦੇ। ਇੱਕ ਇਲਾਕੇ ਵਿੱਚ ਕਿੰਨੇ ਦਰਖਤ ਵਾ, ਉਹੀ ਨਹੀਂ ਗਿਣੇ ਜਾ ਸਕਦੇ। ਬੰਦੇ ਨੇ ਗਿਣਦਿਆਂ ਗਿਣਦਿਆਂ ਥੱਕ ਜਾਣਾ ਵੀ ਛੱਡ ਪਰਾਂ, ਗਿਣ ਕੇ ਕੀ ਲੈਣਾ। ਇੱਕ ਇਲਾਕੇ ਦੇ ਸਾਰੇ ਬਨਸਪਤੀ ਨਹੀਂ ਗਿਣੀ ਜਾ ਸਕਦੀ, ਤੇ ਸਾਰੀ ਧਰਤੀ ਦੀ ਬਨਸਪਤੀ ਕੌਣ ਗਿਣ ਸਕਦਾ? ਅੰਦਾਜ਼ਾ ਹੀ ਲਾਇਆ ਜਾਂਦਾ, ਜਿਹੜਾ ਵੀ ਕੋਈ ਗਿਣਦਾ। ਫਿਰ ਰੋਮ ਨਹੀਂ ਗਿਣੇ ਜਾ ਸਕਦੇ। ਸਰੀਰ ਦੇ ਉੱਤੇ ਰੋਮ ਕਿੰਨੇ ਹਨ, ਉਹਨਾਂ ਰੋਮਾਂ ਨੂੰ ਕੋਈ ਨਹੀਂ ਗਿਣ ਸਕਦਾ। ਕੇਸਾਂ ਨੂੰ ਕੋਈ ਗਿਣ ਸਕਦਾ ਹੈ ਵੀ ਮਨੁੱਖ ਦੇ ਸਰੀਰ ਦੇ ਉੱਤੇ ਕਿੰਨੇ ਕੇਸ ਹਨ?
ਇਹ ਕੇਸ ਨਹੀਂ ਗਿਣੇ ਜਾ ਸਕਦੇ। ਉਂਝ ਸ਼ਾਸਤਰਕਾਰਾਂ ਨੇ ਲਿਖਿਆ ਹੈ, ਸਾਧੂ ਜਨਾਂ ਨੇ ਲਿਖਿਆ ਹੈ ਵੀ ਇੱਕ ਸਰੀਰ ਦੇ ਉੱਤੇ 3.5 ਕਰੋੜ ਰੋਮ ਹੁੰਦਾ। ਮਹਾਤਮਾ ਨੇ ਜ਼ਿਕਰ ਕੀਤਾ ਹੈ ਵੀ ਇੱਕ ਸਰੀਰ ਦੇ ਉੱਤੇ 3.5 ਕਰੋੜ ਰੋਮ ਹੁੰਦਾ, ਪਰ ਕੋਈ ਕੱਲਾ ਕੱਲਾ ਤਾਂ ਨਹੀਂ ਨਾ ਗਿਣ ਸਕਦਾ। ਸਾਰੇ ਸਰੀਰ ਉੱਤੇ ਨਿੱਕੇ ਨਿੱਕੇ ਕੇਸ ਤੇ ਰੋਮ। ਫਿਰ ਬਸੰਤ ਰੁੱਤ ਵਿੱਚ ਜਿੰਨੇ ਫੁੱਲ ਖਿੜਦੇ ਆ ਉਹ ਫੁੱਲ ਨਹੀਂ ਕੋਈ ਗਿਣ ਸਕਦਾ। ਸੂਰਜ ਚੜ੍ਹਦਾ ਹੈ, ਉਹਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਉਹਨਾਂ ਕਿਰਨਾਂ ਨੂੰ ਕੋਈ ਨਹੀਂ ਗਿਣ ਸਕਦਾ। 1 ਮਿੰਟ ਵਿੱਚ ਕਿੰਨੀਆਂ ਕੁ ਆ ਜਾਂਦੀਆਂ। ਚੰਦਰਮਾ ਦੀਆਂ ਕਿਰਨਾਂ ਰਿਸ਼ਮਾਂ ਨੂੰ ਕੋਈ ਨਹੀਂ ਗਿਣ ਸਕਦਾ। ਸਮੁੰਦਰ ਦੀ ਡੂੰਘਾਈ ਕਿੰਨਾ ਕੁ ਡੂੰਘਾ ਹੈ, ਕੋਈ ਮਾਪ ਨਹੀਂ ਸਕਦਾ। ਗੰਗਾ ਉੱਚੇ ਪਹਾੜਾਂ ਤੋਂ ਥੱਲੇ ਡਿੱਗਦੀ ਹੈ, ਸੈਂਕੜੇ ਫੁੱਟ ਡੂੰਘੀ, ਪੱਥਰਾਂ ਨਾਲ ਵੱਜਦੀ ਹੋਈ, ਪਹਾੜਾਂ ਨਾਲ ਖਹਿੰਦੀ ਹੋਈ ਥੱਲੇ ਨੂੰ ਆਉਂਦੀ ਹੈ। ਉਹਦੇ 'ਚ ਕਿੰਨੀਆਂ ਕੁ ਲਹਿਰਾਂ ਬਣਦੀਆਂ, ਉਹਨਾਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਫਿਰ ਵੀ ਕਹਿੰਦੇ ਵੀ ਇਹਨਾਂ ਨੂੰ ਤਾਂ ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ, ਸ਼ਾਇਦ ਗਿਣ ਹੀ ਲਵੇ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ। ਘਨ ਹਰ ਬੂੰਦ ਬਸੋ ਅਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਗਿਣਤੀ 'ਚ ਨਹੀਂ ਆ ਸਕਦਾ ਇਹ ਸਾਰਾ ਕੁਝ। ਕੁਸਮ ਬਸੰਤ, ਬਸੰਤ ਰੁੱਤ ਦੇ ਫੁੱਲ, ਗਨੰਤ ਨਾ ਆਵੇ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੇ। ਕੋਈ ਰੁਦਰ ਸ਼ਿਵ ਜੀ ਵਾਂਗੂ ਧਿਆਨ ਲਾ ਕੇ, ਕੋਈ ਵਿਸ਼ਨੂੰ ਦਾ ਗਿਆਨ ਪ੍ਰਾਪਤ ਕਰਕੇ। ਇਹਨਾਂ ਨੂੰ ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ। ਪਰ ਆਖ ਦਿੱਤਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਭੱਲੇ ਵੰਸ ਵਿੱਚ ਪ੍ਰਗਟ ਹੋਣ ਵਾਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਦੇ ਗੁਣ ਗਿਣੇ ਨਹੀਂ ਜਾ ਸਕਦੇ। ਆਪ ਜੀ ਦੀ ਉਪਮਾ ਆਪ ਜੀ ਨੂੰ ਹੀ ਬਣ ਆਉਂਦੀ ਹੈ। ਆਪ ਵਰਗੇ ਆਪ ਹੀ ਹੋ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਗੁਰੂ ਅਮਰਦਾਸ ਸਾਹਿਬ, ਨਿਤਾਣਿਆਂ ਨੂੰ ਤਾਣ ਦੇਣ ਵਾਲੇ, ਨਿਓਟਿਆਂ ਨੂੰ ਓਟ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਨਿਧਿਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਅੰਦਰ ਉਚਾਰਨ ਕਰਦੇ ਹਨ। ਭਗਤ ਖਜ਼ਾਨਾ ਗੁਰਮੁਖ ਜਾਤਾ। ਇਹ ਭਾਈ ਜਿਹੜਾ ਭਗਤੀ ਦਾ ਖਜ਼ਾਨਾ ਹੈ ਨਾ, ਉਹ ਗੁਰਮੁਖਾਂ ਨੇ ਜਾਣਿਆ। ਜਾਤਾ ਤੋਂ ਭਾਵ ਹੈ ਜਾਣਿਆ। ਜਿਹੜੇ ਗੁਰੂ ਕੀ ਸ਼ਰਨ ਰਹਿਣ ਵਾਲੇ, ਗੁਰੂ ਸਾਹਿਬ ਜੀ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਹਨ, ਉਹਨਾਂ ਗੁਰਮੁਖਾਂ ਨੇ ਭਗਤੀ ਦੇ ਖਜ਼ਾਨੇ ਨੂੰ ਜਾਣਿਆ ਹੈ, ਸਮਝਿਆ ਹੈ। ਸਤਿਗੁਰ ਬੂਝ ਬੂਝਾਈ। ਸਤਿਗੁਰੂ ਜੀ ਨੇ ਉਹਨਾਂ ਨੂੰ ਇਹ ਬੂਝ ਬੁਝਾਈ, ਸਮਝਾ ਦਿੱਤੀ ਹੈ। ਜਿਹੜੀ ਇਹ ਬੂਝ ਹੈ ਨਾ, ਸਮਝ ਹੈ ਭਗਤੀ ਦੇ ਖਜ਼ਾਨੇ ਨੂੰ ਜਾਣਨ ਵਾਲੀ, ਇਹ ਸਮਝ ਸਤਿਗੁਰੂ ਜੀ ਨੇ ਉਹਨਾਂ ਨੂੰ ਬੁਝਾਈ ਹੈ, ਸਤਿਗੁਰੂ ਜੀ ਨੇ ਸਮਝਾਈ ਹੈ। ਜਿਸ ਨੂੰ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਕਿਉਂਕਿ ਇਸ ਖਜ਼ਾਨੇ ਨੂੰ ਉਸੇ ਨੇ ਜਾਣਿਆ ਹੈ, ਉਸੇ ਗੁਰਮੁਖ ਨੇ ਸਮਝਿਆ ਹੈ, ਜਿਸ ਨੂੰ ਸਤਿਗੁਰੂ ਜੀ ਨੇ ਇਹ ਬੂਝ ਦੇ ਦਿੱਤੀ, ਇਹ ਸਮਝ ਦੇ ਦਿੱਤੀ। ਉਸ ਨੇ ਇਹਦੀ ਕਦਰ ਜਾਣੀ ਹੈ। ਉਸ ਨੇ ਫਿਰ ਸਵਾਸ ਸਵਾਸ ਇਸ ਖਜ਼ਾਨੇ ਨੂੰ ਇਕੱਠਾ ਕੀਤਾ ਹੈ, ਸਿਮਰਿਆ ਹੈ।
ਜੋ ਭਗਤੀ ਦਾ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਹੈ, ਸਤਿਗੁਰੂ ਜੀ ਨੇ ਗੁਰਮੁਖਾਂ ਨੂੰ ਇਹ ਸਮਝ ਸਮਝਾਉਣਾ ਕੀਤੀ ਹੈ। ਸੰਤੋ ਗੁਰਮੁਖ ਦੇ ਵਡਿਆਈ। ਤੀਜੇ ਪਾਤਸ਼ਾਹ ਕਹਿੰਦੇ, ਹੇ ਸੰਤ ਜਨੋ, ਗੁਰਮੁਖ ਦੇ ਵਡਿਆਈ। ਉਹ ਵਾਹਿਗੁਰੂ ਪਰਮੇਸ਼ਰ ਗੁਰਮੁਖਾਂ ਨੂੰ ਵਡਿਆਈ ਦਿੰਦਾ ਹੈ। ਜਿਹੜੇ ਗੁਰੂ ਸਾਹਿਬ ਜੀ ਦੇ ਸਨਮੁਖ ਹੁੰਦੇ ਹਨ, ਜਿਹੜੇ ਗੁਰੂ ਕੀ ਸਿੱਖਿਆ ਦੇ ਧਾਰਨੀ ਹੁੰਦੇ ਹਨ, ਗੁਰਮੁਖ ਨਾਮ ਦਾਨ ਇਸ਼ਨਾਨ ਦੀ ਰਹਿਣੀ ਵਿੱਚ ਰਹਿੰਦੇ ਹਨ, ਉਹਨਾਂ ਗੁਰਮੁਖਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਡਿਆਈ ਦਿੰਦੇ ਹਨ। ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚ ਰਹੋ ਸਦਾ ਸਹਿਜ ਸੁਖ ਉਪਜੈ। ਮਹਾਰਾਜ ਕਹਿੰਦੇ, ਭਾਈ ਇਸ ਕਰਕੇ ਗੁਰੂ ਸਾਹਿਬ ਜੀ ਦੀ ਸ਼ਰਨ ਪੈ ਕੇ ਤੇ ਸੱਚ ਦੇ ਨਾਲ ਜੁੜੇ ਰਹੋ। ਸੱਚ ਰਹੋ ਸਦਾ ਵਾਸਤੇ, ਸੱਚ ਦੇ ਨਾਲ ਨਾਮ ਦੇ ਨਾਲ ਜੁੜ ਕੇ ਰਹੋ, ਫਿਰ ਸਹਿਜੇ ਹੀ ਸੁਖ ਪੈਦਾ ਹੋ ਜਾਵੇਗਾ। ਫਿਰ ਸਹਿਜ ਅਵਸਥਾ ਆਤਮਿਕ ਸੁਖ ਉਪਜੇਗਾ, ਪ੍ਰਾਪਤ ਹੋਵੇਗਾ। ਕਾਮ ਕ੍ਰੋਧ ਵਿਚਹੁ ਜਾਈ। ਤੇ ਕਾਮ ਅਤੇ ਕ੍ਰੋਧ ਇਹ ਵਿੱਚੋਂ ਚਲੇ ਜਾਣਗੇ। ਹਿਰਦੇ ਦੇ ਵਿੱਚੋਂ ਕਾਮ ਕ੍ਰੋਧ ਦੇ ਫੁਰਨੇ ਦੂਰ ਹੋ ਜਾਣਗੇ। ਜਿਹੜੇ ਕਾਮ ਤੇ ਕ੍ਰੋਧ ਆਦਿ ਵਿਕਾਰ ਇਹ ਕਾਇਆ ਨੂੰ ਗਾਲਦੇ ਰਹਿੰਦੇ ਹਨ। ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਇਹ ਕਾਮ ਤੇ ਕ੍ਰੋਧ ਵਿੱਚੋਂ ਸਰੀਰ ਦੇ ਇਹ ਜੀਵਨ ਦੇ ਵਿੱਚੋਂ ਨਿਵਰਤ ਹੋ ਜਾਣਗੇ। ਆਪ ਛੋੜ ਨਾਮ ਲਿਵ ਲਾਗੀ। ਇਹ ਭਾਈ ਉਹਨਾਂ ਗੁਰਮੁਖਾਂ ਨੂੰ ਵਡਿਆਈ ਮਿਲੀ ਹੈ ਜਿਨ੍ਹਾਂ ਨੇ ਆਪ ਛੋੜ, ਹੰਕਾਰ ਛੱਡਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪ ਉਧਰੇ ਪੁਣੇ ਨੂੰ ਤਿਆਗਿਆ ਹੈ। ਉਹਨਾਂ ਗੁਰਮੁਖਾਂ ਦੀ ਫਿਰ ਨਾਮ ਦੇ ਵਿੱਚ ਬਿਰਤੀ ਜੁੜ ਗਈ, ਨਾਮ ਦੇ ਵਿੱਚ ਲਿਵ ਲੱਗ ਗਈ, ਉਹ ਜੁੜ ਗਏ ਨਾਮ ਦੇ ਵਿੱਚ। ਮਮਤਾ ਸ਼ਬਦ ਜਲਾਈ। ਤੇ ਜਿਹੜੀ ਮਮਤਾ ਬਣੀ ਰਹਿੰਦੀ ਹੈ ਨਾ, ਵੀ ਮੈਂ ਮੇਰੀ ਵੀ ਮੈਂ ਹਾਂ, ਆ ਮੇਰਾ ਹੈ, ਪਦਾਰਥ ਮੇਰਾ ਹੈ, ਸਰੀਰ ਮੇਰਾ ਹੈ, ਉਹ ਜਿਹੜੀ ਅੰਦਰ ਮਮਤਾ ਬਣੀ ਹੋਈ ਹੈ, ਮੇਰ ਬਣੀ ਹੋਈ ਹੈ, ਪਕੜ ਬਣੀ ਹੋਈ ਹੈ, ਗੁਰੂ ਕੇ ਸ਼ਬਦ ਦੁਆਰਾ ਗੁਰਮੁਖਾਂ ਨੇ ਆਪਣੇ ਅੰਦਰੋਂ ਮਮਤਾ ਨੂੰ ਵੀ ਜਾਲ ਦਿੱਤਾ, ਮਮਤਾ ਨੂੰ ਵੀ ਸਾੜ ਦੇਣਾ ਕੀਤਾ ਹੈ। ਜਿਸ ਤੇ ਉਪਜੈ ਤਿਸ ਤੇ ਬਿਨਸੈ। ਉਹਨਾਂ ਗੁਰਮੁਖਾਂ ਨੂੰ ਇਹ ਸਮਝ ਪਈ ਜਿਹੜੇ ਗੁਰੂ ਕੀ ਸ਼ਰਨ ਪਏ ਆ, ਵੀ ਜਿਸ ਤੋਂ ਸਾਰੇ ਜੀਵ ਪੈਦਾ ਹੋ ਰਹੇ ਆ ਨਾ ਪਰਮੇਸ਼ਰ ਵਾਹਿਗੁਰੂ ਜੀ ਤੋਂ, ਉਸੇ ਤੋਂ ਹੀ ਇਹ ਸਾਰੇ ਬਿਨਸ ਰਹੇ ਹਨ। ਪੈਦਾ ਕਰਨ ਵਾਲਾ ਵੀ ਉਹ ਵਾਹਿਗੁਰੂ ਹੈ ਤੇ ਇਹਨਾਂ ਨੂੰ ਖਤਮ ਕਰਨ ਵਾਲਾ ਵੀ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹਦੇ ਹੁਕਮ ਨਾਲ ਹੀ ਉਪਜ ਰਹੀ ਹੈ ਸ੍ਰਿਸ਼ਟੀ, ਤੇ ਉਸਦੇ ਹੁਕਮ ਦੇ ਨਾਲ ਹੀ ਇਹ ਸਾਰੇ ਜੀਵ ਜੰਤੂ ਜਿਹੜੇ ਬਿਨਸੈ ਖਤਮ ਹੋ ਰਹੇ ਹਨ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਇਹ ਗੁਰਮੁਖਾਂ ਨੂੰ ਸਮਝ ਪਾਈ ਹੈ ਜਿਹੜੇ ਗੁਰੂ ਕੀ ਸ਼ਰਨ ਵਿੱਚ ਪਏ, ਕਿਉਂਕਿ ਰਹਾਉ ਦੀ ਤੁਕ ਜਿਹੜੀ ਹੈ ਉਹ ਹਰੇਕ ਪੰਕਤੀ ਦੇ ਨਾਲ ਚੱਲੇਗੀ ਵਿਆਖਿਆ ਵਾਸਤੇ। ਸੰਤਹੁ ਗੁਰਮੁਖ ਦੇ ਵਡਿਆਈ। ਜਿਹੜੇ ਗੁਰੂ ਕੀ ਸ਼ਰਨ ਵਿੱਚ ਪਏ ਆ ਉਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਨੇ ਵਡਿਆਈ ਦਿੱਤੀ ਹੈ, ਪ੍ਰਭੂ ਨੇ ਵਡਿਆਈ ਦਿੱਤੀ ਹੈ। ਇਸ ਕਰਕੇ ਉਹਨਾਂ ਨੂੰ ਇਹ ਸਮਝ ਪਈ ਜਿਹੜੇ ਗੁਰੂ ਕੀ ਸ਼ਰਨ ਵਿੱਚ ਪਏ ਵੀ ਜਿਸ ਤੋਂ ਜੀਵ ਪੈਦਾ ਹੋ ਰਹੇ ਆ ਉਸੇ ਦੇ ਹੁਕਮ ਨਾਲ ਹੀ ਬਿਨਸ ਰਹੇ ਹਨ। ਅੰਤੇ ਨਾਮ ਸਖਾਈ। ਤੇ ਅੰਤ ਵੇਲੇ ਨਾਮ ਨਹੀਂ ਸਹਾਇਤਾ ਕਰਨੀ। ਜਿੱਥੇ ਕਿਸੇ ਮਾਤਾ ਪਿਤਾ ਨੇ ਨਾਲ ਨਹੀਂ ਜਾਣਾ, ਉੱਥੇ ਨਾਮ ਸਖਾਪਣ ਨਿਭਾਵੇਗਾ, ਨਾਮ ਸਹਾਈ ਹੋਵੇਗਾ, ਨਾਮ ਮਿੱਤਰਤਾ ਨਿਭਾਵੇਗਾ। ਬਾਕੀ ਤੇ ਸਾਰਿਆਂ ਮਿੱਤਰਾਂ ਨੇ ਛੱਡ ਜਾਣਾ ਉੱਥੇ ਉਸ ਵੇਲੇ। ਤਾਂ ਹੀ ਮਹਾਰਾਜ ਨੇ ਆਖਿਆ
ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਹਨ, ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਇਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ, ਜਿਉ ਮਹਿਮਾਣਾ, ਕਾਹੇ ਗਾਰਬ ਕੀਜੈ। ਜਿਤ ਸੇਵਿਐ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰਿਓ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਉਸ ਵੇਲੇ ਅੰਤਲੇ ਸਮੇਂ ਤੇ ਜਦੋਂ ਇਹ ਸਰੀਰ ਤਿਆਗ ਕੇ ਲੋਕ ਤੋਂ ਪਰਲੋਕ ਨੂੰ ਜਾਣਾ ਹੈ, ਅੰਤੇ ਨਾਮ ਸਿਖਾਈ। ਅੰਤ ਵੇਲੇ ਨਾਮ ਨੇ ਮਿੱਤਰਤਾ ਨਿਭਾਉਣੀ ਹੈ, ਨਾਮ ਨੇ ਸਖਾਪਣ ਨਿਭਾਉਣਾ ਹੈ। ਸਖਾ ਬਣ ਕੇ, ਮਿੱਤਰ ਬਣ ਕੇ ਸਹਾਇਤਾ ਕਰੇਗਾ ਨਾਮ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਗੁਰਮੁਖ ਨਾਮ ਜਪਹੁ ਮਨ ਮੇਰੇ, ਗੁਰਮੁਖ ਨਾਮ ਜਪਹੁ ਮਨ ਮੇਰੇ। ਗੁਰਮੁਖ ਨਾਮ ਜਪਹੁ ਮਨ ਮੇਰੇ, ਗੁਰਮੁਖ ਨਾਮ ਜਪਹੁ ਮਨ ਮੇਰੇ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਸਤਿਗੁਰੂ ਕਹਿੰਦੇ ਗੁਰਮੁਖਾਂ ਨੂੰ ਇਹ ਸੋਝੀ ਪ੍ਰਾਪਤ ਹੋਈ ਆ, ਗੁਰੂ ਕੀ ਸ਼ਰਨ ਪੈਣ ਵਾਲਿਆਂ ਨੂੰ ਅੰਤੇ ਨਾਮ ਸਿਖਾਈ। ਵੀ ਅੰਤ ਵੇਲੇ ਹੋਰ ਕੋਈ ਨਹੀਂ ਨਾਲ ਨਿਭਦਾ ਹੈ, ਅੰਤ ਵੇਲੇ ਨਾਮ ਹੀ ਮਿੱਤਰਤਾ ਨਿਭਾਉਂਦਾ ਹੈ। ਸਦਾ ਹਜੂਰ ਦੂਰ ਨਹਿ ਦੇਖਹੁ। ਇਸ ਕਰਕੇ ਗਰੀਬ ਨਿਵਾਜ ਕਹਿੰਦੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਸਦਾ ਵਾਸਤੇ ਹਾਜ਼ਰ ਹੈ, ਹਜੂਰ ਹੈ, ਨੇੜੇ ਤੋਂ ਨੇੜੇ ਹੈ। ਦੂਰ ਨਾ ਦੇਖੋ, ਉਹਨੂੰ ਦੂਰ ਨਾ ਵੇਖੋ, ਉਹ ਦੂਰ ਨਹੀਂ ਹੈ। ਸਦਾ ਹਜੂਰ ਦੂਰ ਨਹਿ ਦੇਖੋ, ਉਸ ਨੂੰ ਦੂਰ ਨਾ ਵੇਖਣਾ ਕਰੋ, ਉਹ ਨੇੜੇ ਹੈ। ਗਰੀਬ ਨਿਵਾਜ ਸਾਹਿਬ ਕਹਿੰਦੇ ਉਹ ਤਾਂ ਸਾਹ ਰਗ ਤੋਂ ਵੀ ਨੇੜੇ ਹੈ, ਸਵਾਸਾਂ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜਾ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਹੱਥ ਸਭ ਤੋਂ ਨੇੜੇ ਆ ਨਾ ਸਰੀਰ ਦੇ, ਜਿੱਥੇ ਚਾਹੀਏ ਉੱਥੇ ਪਹੁੰਚ ਜਾਂਦੇ ਸਰੀਰ ਦੇ ਹਰੇਕ ਹਿੱਸੇ ਤੇ, ਪਰ ਇਹਨਾਂ ਹੱਥਾਂ ਦੇ ਨਾਲੋਂ ਵੀ ਉਹ ਨੇੜੇ ਹੈ, ਸਾਹ ਰਗ ਤੋਂ ਵੀ ਨੇੜੇ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਨੂੰ ਦੂਰ ਨਾ ਜਾਣੋ ਭਾਈ। ਰਚਨਾ ਜਿਨ ਰਚਾਈ, ਜਿਸ ਪ੍ਰਭੂ ਨੇ ਸਾਰੀ ਰਚਨਾ ਰਚਾਈ ਹੋਈ ਹੈ,
ਵੇਖੋ ਕਿੱਡੀ ਵੱਡੀ ਰਚਨਾ ਰਚਾਈ ਹੈ। ਤੇ ਮਹਾਰਾਜ ਨੇ ਆਖਿਆ ਉਹਨੇ ਖੇਲ ਰਚਾਈ ਹੋਈ ਹੈ, ਇੱਕ ਤਮਾਸ਼ਾ ਰਚਿਆ ਹੋਇਆ। ਨਿੱਕੇ ਨਿੱਕੇ ਬੱਚੇ ਵੀ ਕਈ ਵਾਰੀ ਖੇਡਾਂ ਖੇਡਦੇ ਆ, ਬੜੀ ਰਚਨਾ ਰਚ ਲੈਂਦੇ ਹਨ, ਜਦੋਂ ਜੀ ਕਰਦਾ ਸਭ ਕੁਝ ਢਾ ਦਿੰਦੇ। ਤੇ ਤਮਾਸ਼ਾ ਵਿਖਾਉਣ ਵਾਲਾ ਬਾਜੀਗਰ ਵੀ, ਉਹ ਵੀ ਰਚਨਾ ਰਚਦਾ ਹੈ। ਜਿੰਨਾ ਕੁ ਚਿਰ ਉਹਨੇ ਖੇਲ ਵਿਖਾਉਣਾ ਹੁੰਦਾ ਉਹ ਰਚਨਾ ਬਣਾ ਲੈਂਦਾ ਹੈ, ਤੇ ਜਿਸ ਵੇਲੇ ਉਹਨੇ ਸਮਾਪਤ ਕਰਨਾ ਹੁੰਦਾ ਸਾਰਾ ਕੁਝ ਇਕੱਠਾ ਕਰਕੇ ਝੋਲੇ 'ਚ ਪਾ ਕੇ ਤੁਰ ਪੈਂਦਾ। ਇਸੇ ਤਰ੍ਹਾਂ ਹੀ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਪ੍ਰਭੂ ਨੇ ਵੀ ਇਹ ਸੰਸਾਰ ਦੀ ਰਚਨਾ ਇੱਕ ਤਮਾਸ਼ੇ ਦੀ ਤਰ੍ਹਾਂ ਹੀ ਰਚੀ ਹੋਈ ਹੈ। ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਪੋਹ ਸੁਦੀ 7ਵੀਂ ਦਾ। ਅੱਜ 7 ਤਰੀਕ ਹੈ, 9 ਤਰੀਕ ਨੂੰ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, 9 ਤਰੀਕ ਨੂੰ ਪੋਹ ਸੁਦੀ 7ਵੀਂ ਹੈ। ਤੇ ਸਤਿਗੁਰੂ ਜੀ ਨੇ ਆਖਿਆ ਵੀ ਇਹ ਸੰਸਾਰ ਇੱਕ ਤਮਾਸ਼ਾ ਹੈ, ਤੇ ਅਸੀਂ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਏ ਹਾਂ। ਇਹਦੇ ਵਿੱਚ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਇੱਕ ਖੇਲ, ਇੱਕ ਤਮਾਸ਼ਾ। ਔਰ ਇਹ ਪ੍ਰਭੂ ਨੇ ਖੇਲ ਰਚੀ ਹੋਈ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਨੇ ਸਾਰੀ ਰਚਨਾ ਰਚੀ ਹੋਈ ਹੈ ਨਾ, ਜਿਸ ਨੇ ਸੰਸਾਰ ਦੀ ਰਚਨਾ ਕੀਤੀ ਹੈ, ਸੰਸਾਰ ਨੂੰ ਬਣਾਇਆ ਹੈ, ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਉਸ ਨੂੰ ਭਾਈ ਦੂਰ ਨਾ ਜਾਣੋ, ਸਦਾ ਨੇੜੇ ਜਾਣੋ। ਸੱਚਾ ਸ਼ਬਦ ਰਵੈ ਘਾਟ ਅੰਤਰ। ਜਿਹੜੇ ਗੁਰੂ ਕੀ ਸ਼ਰਨ ਪੈਂਦੇ ਹਨ, ਉਹ ਸੱਚਾ ਸ਼ਬਦ, ਜੋ ਗੁਰੂ ਦਾ ਸੱਚਾ ਉਪਦੇਸ਼ ਹੈ, ਉਹ ਆਪਣੇ ਘਟ ਹਿਰਦੇ ਦੇ ਵਿੱਚ ਵਸਾਉਂਦੇ ਆ ਤੇ ਰਸਨਾ ਤੋਂ ਉਚਾਰਨ ਕਰਦੇ। ਸੱਚਾ ਸ਼ਬਦ ਜੋ ਬ੍ਰਹਮ ਹੈ, ਉਹਨਾਂ ਗੁਰਮੁਖਾਂ ਦੇ ਘਟ ਹਿਰਦੇ ਦੇ ਵਿੱਚ ਰਵੇ, ਵਿਆਪਕ ਹੁੰਦਾ ਹੈ, ਪ੍ਰਤੱਖ ਹੁੰਦਾ ਹੈ। ਸੱਚੇ ਸਿਉ ਲਿਵ ਲਾਈ। ਕਿਉਂਕਿ ਉਹਨਾਂ ਨੇ ਸੱਚੇ ਦੇ ਨਾਲ ਲਿਵ ਲਾਈ ਹੋਈ ਹੈ। ਜਿਨ੍ਹਾਂ ਨੇ ਸੱਚੇ ਨਾਲ ਆਪਣੀ ਲਿਵ ਜੋੜੀ ਹੈ, ਅੰਦਰ ਦੀ ਬਿਰਤੀ ਜੋੜੀ ਹੋਈ ਹੈ, ਫਿਰ ਉਹ ਸੱਚਾ ਉਹਨਾਂ ਦੇ ਹਿਰਦੇ ਵਿੱਚ ਪ੍ਰਤੱਖ ਸਾਖਸ਼ਾਤ ਹੋ ਜਾਂਦਾ ਹੈ। ਸਤ ਸੰਗਤ ਮਹਿ ਨਾਮ ਨਿਰਮੋਲਕ। ਮਹਾਰਾਜ ਕਹਿੰਦੇ ਪਰ ਭਾਈ ਇਹ ਜਿਹੜਾ ਖਜ਼ਾਨਾ ਹੈ ਨਾ ਭਗਤੀ ਦਾ, ਨਾਮ ਦਾ, ਜਿਹਦਾ ਮੁੱਲ ਹੀ ਨਹੀਂ ਕੋਈ ਦਿੱਤਾ ਜਾ ਸਕਦਾ, ਕਿਸੇ ਮੁੱਲ ਨਾਲ ਨਹੀਂ ਇਹ ਮਿਲਦਾ, ਕਿਉਂਕਿ ਬੇਕੀਮਤੀ ਆ। ਨਾਮ ਦੇ ਸਾਹਮਣੇ ਸਾਰੇ ਪਦਾਰਥ ਹੌਲੇ ਰਹਿ ਜਾਂਦੇ ਆ, ਤੁੱਛ ਰਹਿ ਜਾਂਦੇ ਆ। ਨਾਮ ਤੋਂ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਕਿਸੇ ਪਦਾਰਥ ਦੇ ਨਾਲ ਨਾਮ ਮੁੱਲ ਨਹੀਂ ਖਰੀਦਿਆ ਜਾ ਸਕਦਾ। ਨਾਮ ਨਿਰਮੋਲਕ, ਮੁੱਲ ਤੋਂ ਰਹਿਤ, ਭਾਵ ਬਹੁਤ ਹੀ ਕੀਮਤ ਵਾਲਾ, ਜਿਹਦਾ ਮੁੱਲ ਕਹਿਣ ਕਥਨ ਤੋਂ ਬਾਹਰਾ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਨਾ ਇਹ ਰੁਪਈਆਂ ਦੇ ਵੱਟੇ ਮਿਲਦਾ, ਨਾ ਸੋਨੇ ਚਾਂਦੀ ਦੇ ਵੱਟੇ ਮਿਲਦਾ, ਨਾ ਹੀਰਿਆਂ ਦੇ ਵੱਟੇ ਮਿਲਦਾ। ਇਹ ਤਾਂ ਮਿਲਦਾ ਹੈ ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਨੇ ਨਾਮ ਪ੍ਰਾਪਤ ਕੀਤਾ, ਆਪਣਾ ਮਨ ਭੇਟ ਕਰਕੇ ਲਿਆ, ਮਨ ਗੁਰੂ ਸਾਹਿਬ ਨੂੰ ਵੇਚ ਕੇ ਲਿਆ, ਤਾਂ ਸਤਿਗੁਰੂ ਕਹਿੰਦੇ ਜੋ ਨਾਮ ਨਿਰਮੋਲਕ ਹੈ ਨਾ, ਬੇਅੰਤੀ ਕੀਮਤੀ ਨਾਮ, ਉਹ ਸਤ ਸੰਗਤ ਦੇ ਵਿੱਚ ਹੈ, ਗੁਰੂ ਕੀ ਸੰਗਤ ਦੇ ਵਿੱਚ ਹੈ। ਸਤ ਸੰਗਤ ਮਹਿ ਨਾਮ ਨਿਰਮੋਲਕ। ਸਤ ਸੰਗਤ ਦੇ ਵਿੱਚ ਇਹ ਅਮੋਲਕ ਵਾਹਿਗੁਰੂ ਜੀ ਦਾ ਨਾਮ ਹੈ। ਵੱਡੇ ਭਾਗ ਆਇਆ ਜਾਈ। ਪਰ ਵੱਡੇ ਭਾਗ ਹੋਣ ਤੇ ਫਿਰ ਨਾਮ ਪ੍ਰਾਪਤ ਹੁੰਦਾ ਹੈ, ਤਾਂ ਪਾਇਆ ਜਾਂਦਾ ਹੈ। ਨਹੀਂ ਤੇ ਸੰਗਤ ਵਿੱਚ ਆ ਕਰਕੇ ਵੀ ਬੰਦਾ ਗੱਲਾਂ ਬਾਤਾਂ ਕਰਕੇ ਸੰਸਾਰੀ ਚਲੇ ਜਾਂਦਾ ਹੈ। ਇੱਥੇ ਬਹਿ ਕੇ ਵੀ ਸੱਜੇ ਖੱਬੇ ਦੀਆਂ ਗੱਲਾਂ ਕਰਕੇ ਚਲੇ ਜਾਂਦਾ ਹੈ। ਜਿਨ੍ਹਾਂ ਦੇ ਵੱਡੇ ਭਾਗ ਆ, ਉਹ ਸਤ ਸੰਗਤ ਵਿੱਚ ਆ ਕੇ ਨਾਮ ਜਪਦੇ ਆ, ਗੁਰਬਾਣੀ ਪੜ੍ਹਦੇ ਆ। ਤੇ ਜੇ ਗੁਰੂ ਕੇ ਦਰਬਾਰ ਵਿੱਚ ਦੀਵਾਨ ਸਜਿਆ ਹੋਇਆ ਏ, ਗੁਰਬਾਣੀ ਦਾ ਨਿਤਨੇਮ ਹੋ ਰਿਹਾ ਤੇ ਬਹਿ ਕੇ ਬਾਣੀ ਸੁਣਦੇ, ਕੀਰਤਨ ਹੋ ਰਿਹਾ ਹੈ ਤੇ ਫਿਰ ਕੀਰਤਨ ਸੁਣਦੇ, ਸ਼ਬਦ ਦੀ ਵਿਚਾਰ ਹੋ ਰਹੀ ਹੈ ਤੇ ਫਿਰ ਵਿਚਾਰ ਸੁਣਦੇ। ਤੋ ਇਸ ਕਰਕੇ ਵੱਡੇ ਭਾਗਾਂ ਦੇ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਅਮੋਲਕ ਖਜ਼ਾਨਾ। ਇਹ ਨਾਮ ਪ੍ਰਾਪਤ ਹੁੰਦਾ ਹੈ, ਭਾਗਾਂ ਤੋਂ ਹੀਣੇ ਨਾਮ ਨਹੀਂ ਪ੍ਰਾਪਤ ਕਰ ਸਕਦੇ।
ਸਤ ਸੰਗਤ ਮਾਰੇ ਕਹਿੰਦੇ ਪ੍ਰਾਪਤੀ ਭਾਗਾਂ ਵਾਲਿਆਂ ਨੂੰ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਮਹਾਤਮਾ ਤੁਲਸੀ ਜੀ ਹੋਏ ਹਨ, ਜਿਨ੍ਹਾਂ ਨੇ ਰਾਮ ਚਰਿਤ੍ਰ ਮਾਨਸ ਲਿਖਿਆ। ਹਰੇਕ ਮਜ਼ਹਬ ਦੇ ਵਿੱਚ, ਹਰੇਕ ਧਰਮ ਦੇ ਵਿੱਚ ਧਾਰਮਿਕ ਇਨਸਾਨ ਹੁੰਦੇ ਆ। ਉਹਨਾਂ ਨੇ ਨਾਮ ਦਾ ਜ਼ਿਕਰ ਕਰਦਿਆਂ ਬਚਨ ਕੀਤੇ। ਕਹਿੰਦੇ ਵੀ ਕਈ ਵਾਰੀ ਸੰਸਾਰੀ ਬੰਦੇ ਜਿਹੜੇ ਨਾ, ਉਹ ਵਡਭਾਗੀ ਪਤਾ ਕਿਹਨੂੰ ਕਹਿੰਦੇ? ਜਿਸ ਦੇ ਕੋਲੇ ਸੰਸਾਰੀ ਦੌਲਤ ਜ਼ਿਆਦੀ ਹੋਵੇ, ਉਹਨੂੰ ਕਹਿ ਦਿੰਦੇ ਵੀ ਇਹ ਬਹੁਤ ਵੱਡੇ ਭਾਗਾਂ ਵਾਲਾ ਹੈ, ਇਹਦੇ ਕੋਲੇ ਰੁਪਈਏ ਬਹੁਤ ਜ਼ਿਆਦੇ ਹੈ। ਜਾਂ ਕਹਿੰਦੇ ਵੀ ਸੰਤਾਨ ਹੋਵੇ ਤਾਂ ਕਹਿ ਦਿੰਦੇ ਇਹ ਵੱਡਿਆਂ ਭਾਗਾਂ ਵਾਲਾ ਹੈ। ਜਾਂ ਕਹਿੰਦੇ ਵੀ ਕਿਸੇ ਦਾ ਵਿਆਹ ਹੋ ਜਾਵੇ ਤੇ ਉਦੋਂ ਕਹਿ ਦਿੰਦੇ ਵੀ ਇਹ ਵੱਡਿਆਂ ਭਾਗਾਂ ਵਾਲਾ ਹੈ। ਤੇ ਸੰਸਾਰੀ ਤੌਰ ਤੇ ਵੀ ਕੀਮਤੀ ਆ ਵਸਤੂਆਂ, ਵੀ ਕਿਸੇ ਦਾ ਆਨੰਦ ਕਾਰਜ ਹੋ ਜਾਣਾ, ਜਿਹਦਾ ਨਹੀਂ ਹੁੰਦਾ ਉਹ ਅਰਦਾਸਾਂ ਕਰਾਉਂਦਾ ਹੈ। ਸਾਰਿਆਂ ਦਾ ਹੋਣਾ ਚਾਹੀਦਾ ਜਿਹੜੇ ਚਾਹਵਾਨ। ਤੇ ਜਿਹਦਾ ਉਹ ਇਹ ਵੀ ਇੱਕ ਪਦਾਰਥ ਮੰਨਿਆ ਸੰਸਾਰ ਦੇ ਵਿੱਚ। ਉਹ ਕਹਿੰਦੇ ਵੀ ਉਹਨੂੰ ਵੀ ਵੱਡੇ ਭਾਗੀ ਕਹਿੰਦੇ ਆ ਜਿਹਦਾ ਵਿਆਹ ਹੋ ਜਾਵੇ, ਫਿਰ ਵਿਆਹ ਤੋਂ ਅੱਗੇ ਜਿਹਦੇ ਘਰੇ ਸੰਤਾਨ ਪੈਦਾ ਹੋ ਜਾਵੇ, ਜਿਹਦੇ ਘਰੇ ਸੰਤਾਨ ਪੈਦਾ ਹੋ ਜਾਵੇ ਉਹਨੂੰ ਵਡਭਾਗੀ ਕਹਿੰਦੇ। ਜਿਹਦੇ ਨਾਂ ਪ੍ਰਾਪਤ ਹੋਵੇ ਉਹ ਵੇਖੋ ਮੰਗ ਕਰਦਾ। ਗੁਰੂ ਦਰ ਤੋਂ ਇਹ ਵੀ ਦਾਤਾਂ ਮਿਲਦੀਆਂ। ਭਗਤ ਧੰਨਾ ਜੀ ਨੇ ਮੰਗ ਕੇ ਆਖਿਆ, ਉਹਨਾਂ ਨੇ ਆਖਿਆ ਵੀ ਹੇ ਪ੍ਰਭੂ ਘਰ ਵਾਲੀ ਵੀ ਦੇ, ਤੇ ਨਾਲ ਆਖਿਆ ਚੰਗੀ ਦੇ। ਹੁਣ ਚੰਗੀ ਤੋਂ ਭਾਵ ਉੱਚੇ ਆਚਰਨ ਵਾਲੀ, ਚੰਗੇ ਜੀਵਨ ਵਾਲੀ। ਵੀ ਮੈਂ ਤੇਰੀ ਭਗਤੀ ਕਰਦਾ, ਉਹ ਵੀ ਭਗਤੀ ਕਰਨ ਵਾਲੀ ਹੋਵੇ। ਇਹ ਨਾ ਵੀ ਮੈਂ ਭਗਤੀ ਵਾਲੇ ਪਾਸੇ ਜਾਵਾਂ ਤੇ ਹੋਰ ਪਾਸੇ ਨੂੰ ਤੁਰ ਪਵੇ। ਘਰ ਕੀ ਗੀ ਹਨ ਚੰਗੇ, ਜਨ ਧੰਨਾ ਲੇਵੈ ਮੰਗੀ। ਮੰਗ ਕੇ ਅਗਲੇ ਨੇ ਆਖਿਆ ਵੀ ਦੇ ਮੈਨੂੰ। ਪੁੱਤ ਵੀ ਮੰਗਿਆ ਜਾਂਦਾ ਹੈ, ਦੁੱਧ ਵੀ ਮੰਗਿਆ ਜਾਂਦਾ ਹੈ, ਸਭ ਕੁਝ ਮੰਗਿਆ ਜਾਂਦਾ, ਤੇ ਦਾਤਾਂ ਮਿਲਦੀਆਂ ਵੀ ਆ ਸਾਰੀਆਂ। ਪਰ ਕਹਿੰਦੇ ਵੱਡੇ ਭਾਗ ਇੱਥੇ ਹੀ ਨਹੀਂ ਖਲੋ ਜਾਂਦੇ। ਉਹ ਮਹਾਂਪੁਰਖ ਨੇ ਬਚਨ ਕੀਤਾ, ਸੁੱਤ ਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ। ਕਹਿੰਦੇ ਇਹ ਤਾਂ ਪਾਪੀਆਂ ਕੋਲੇ ਵੀ ਹੁੰਦਾ ਵਾ। ਕੀ ਪਾਪੀਆਂ ਦਾ ਵਿਆਹ ਨਹੀਂ ਹੋਇਆ? ਉਹਨਾਂ ਆਖਿਆ, ਕਹਿੰਦੇ ਕੀ ਪਾਪੀ ਦੇ ਪੁੱਤਰ ਨਹੀਂ ਪੈਦਾ ਹੋਇਆ? ਪਾਪ ਕਰਨ ਵਾਲਿਆਂ ਦੇ ਵੀ ਹੈ ਸਾਰਾ ਕੁਝ। ਕੀ ਪਾਪੀ ਦੇ ਕੋਲੇ ਦੌਲਤ ਨਹੀਂ ਹੈ? ਹੋ ਸਕਦਾ ਪੁੰਨੀਆਂ ਨਾਲੋਂ ਜ਼ਿਆਦਾ ਹੋਵੇ, ਪਰ ਉਹ ਕੋਈ ਪੂਰਬਲਾ ਪੁੰਨ ਸੀ, ਤੇ ਹੁਣ ਜਿਹੜਾ ਵਾ ਉਹਨੂੰ ਉਸ ਪੁੰਨ ਨੂੰ ਭੁਲਾ ਕੇ ਪਾਪ ਕਰਨ ਲੱਗ ਪਿਆ ਉਸ ਦੌਲਤ ਦੇ ਨਾਲ। ਉਹ ਜਿਹੜੀ ਦੌਲਤ ਮਿਲੀ ਉਹ ਵੀ ਪੂਰਬਲਾ ਪੁੰਨ ਕਰਕੇ ਹੀ ਮਿਲੀ। ਪਰ ਉਸ ਮਹਾਂਪੁਰਖ ਨੇ ਆਖਿਆ ਵੀ ਇਹ ਜਿਹੜੀਆਂ ਚੀਜ਼ਾਂ ਇਹ ਤਾਂ ਪਾਪੀਆਂ ਕੋਲੇ ਵੀ ਹੁੰਦੀਆਂ। ਸੁੱਤ ਮੈਨੇ ਪੁੱਤਰ, ਦਾਰਾ ਮੈਨੇ ਘਰ ਵਾਲੀ, ਤੇ ਲక్ష్ਮੀ ਮੈਨੇ ਦੌਲਤ। ਸੁੱਤ ਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ। ਤੇ ਅਗਲਾ ਬਚਨ ਕੀਤਾ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲੱਭ ਦੋਏ। ਸੰਤ ਸਮਾਗਮ ਜਿੱਥੇ ਸਤ ਸੰਗਤ ਹੋ ਰਹੀ ਹੈ ਤੇ ਜਿੱਥੇ ਵਾਹਿਗੁਰੂ ਦੀ ਕਥਾ ਹੋ ਰਹੀ, ਕਹਿੰਦੇ ਵੀ ਇਹ ਦੋ ਚੀਜ਼ਾਂ ਜਿਹੜੀਆਂ ਇਹ ਦੁਰਲੱਭ ਵਾ, ਇਹ ਨਹੀਂ ਮਿਲਦੀਆਂ ਪਾਪੀਆਂ ਨੂੰ, ਇਹ ਵਡਭਾਗੀਆਂ ਨੂੰ ਮਿਲਦੀਆਂ ਵਾ। ਸਤ ਸੰਗਤ ਵਡਭਾਗੀ ਨੂੰ ਮਿਲਦੀ ਹੈ। ਗੁਰੂ ਸਾਹਿਬ ਜੀ ਨੇ ਆਖਿਆ ਹੈ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਸਤ ਸੰਗਤ ਮਹਿ ਨਾਮ ਨਿਰਮੋਲਕ। ਅਮੋਲਕ ਵਾਹਿਗੁਰੂ ਦਾ ਨਾਮ ਭਾਈ ਸਤ ਸੰਗਤ ਵਿੱਚ ਬੈਠ ਕੇ ਜਪਿਆ ਜਾਂਦਾ ਹੈ, ਇੱਥੋਂ ਪ੍ਰਾਪਤ ਹੁੰਦਾ ਹੈ। ਪਰ ਕੌਣ ਪ੍ਰਾਪਤ ਕਰਦੇ ਆ? ਜਿਨ੍ਹਾਂ ਦੇ ਵੱਡੇ ਭਾਗ, ਵੱਡੇ ਭਾਗ ਪਾਇਆ ਜਾਏ। ਵੱਡਿਆਂ ਭਾਗਾਂ ਨਾਲ ਸਤ ਸੰਗਤ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਭਰਮ ਨ ਭੁੱਲਹੁ ਸਤਿਗੁਰ ਸੇਵਹੁ। ਇਸ ਕਰਕੇ ਭਰਮ ਵਿੱਚ ਪੈ ਕੇ ਭੁੱਲੋ ਨਾ ਨਾਮ ਨੂੰ। ਭਰਮ ਕੀ ਹੁੰਦਾ ਹੈ? ਵੀ ਹੋਰ ਨੂੰ ਹੋਰ ਸਮਝਣਾ, ਉਹਨੂੰ ਭਰਮ ਆਖਿਆ। ਵੀ ਜਿਹੜਾ ਨਾਸ ਹੋਣ ਵਾਲਾ ਹੈ ਉਹਨੂੰ ਸਦੀਵੀ ਰਹਿਣ ਵਾਲਾ ਸਮਝ ਲਿਆ, ਜੋ ਸਦੀਵੀ ਰਹਿਣ ਵਾਲਾ ਹੈ ਉਹਨੂੰ ਨਾਸ ਹੋਣ ਵਾਲਾ ਸਮਝ ਲਿਆ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਮਝ ਲਿਆ, ਉਹਨੂੰ ਭੁਲੇਖਾ ਹੈ।
ਜਦੋਂ ਇਨਸਾਨ ਨੂੰ ਅਸਲੀਅਤ ਦਾ ਪਤਾ ਲੱਗਦਾ ਫਿਰ ਕਹਿੰਦਾ ਮੈਂ ਤਾਂ ਭਰਮ 'ਚ ਹੀ ਪਿਆ ਰਿਹਾ, ਮੈਂ ਤਾਂ ਭੁਲੇਖੇ ਵਿੱਚ ਹੀ ਸਾਂ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਭੱਬਾ ਭਰਮ ਮਿਟਾਵਹੁ ਆਪਣਾ, ਇਹ ਆ ਸੰਸਾਰ ਸਗਲ ਹੈ ਸੁਪਨਾ। ਜਿਸ ਸੰਸਾਰ ਨੂੰ ਤੂੰ ਸੱਚਾ ਮੰਨ ਕੇ ਵਿਕਾਰਾਂ ਵਿੱਚ, ਔਗੁਣਾਂ ਵਿੱਚ, ਪਾਪਾਂ ਵਿੱਚ ਗ੍ਰਸਤ ਹੋ ਰਿਹਾ ਹੈ ਨਾ, ਇਹ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਸੁੱਤੇ ਪਿਆ ਨੀਂਦ ਵਿੱਚ ਸੁਪਨਾ ਆਉਂਦਾ ਤੇ ਕਈ ਕੁਝ ਬਣ ਜਾਂਦਾ, ਜਦੋਂ ਅੱਖ ਖੁੱਲ੍ਹਦੀ ਹੈ ਤੇ ਫਿਰ ਕਹਿੰਦਾ ਉਹ ਤੁਹਾਡਾ ਭਲਾ ਹੋ ਜੇ, ਮੈਂ ਤਾਂ ਸੁਪਨਾ ਵੇਖਣ ਡਿਆ ਸਾਂ। ਉਹ ਨੀਂਦ ਵਿੱਚ ਮੀਟੀ ਅੱਖ ਦਾ ਸੁਪਨਾ ਹੈ ਤੇ ਸਤਿਗੁਰੂ ਕਹਿੰਦੇ ਖੁੱਲੀ ਅੱਖ ਦਾ ਸੁਪਨਾ ਹੈ ਸੰਸਾਰ। ਜਿਸ ਦਿਨ ਜਨਮ ਹੋਇਆ ਅੱਖ ਖੁੱਲੀ, ਇਹ ਸੁਪਨਾ ਚੱਲ ਗਿਆ, ਤੇ ਜਿਸ ਦਿਨ ਸਾਹ ਪੂਰੇ ਹੋ ਜਾਣੇ, ਅੱਖ ਮੀਟੀ ਜਾਣੀ, ਸੁਪਨਾ ਬੰਦ ਹੋ ਜਾਣਾ। ਭੱਬਾ ਭਰਮ ਮਿਟਾਵਹੁ ਆਪਣਾ, ਇਹ ਭਰਮ ਪਿਆ ਹੋਇਆ ਹੈ। ਇਹ ਆ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਭਰਮ ਵਿੱਚ ਪੈ ਕੇ ਨਾ ਤਰੀ ਜਾਣ ਵਾਲੀ ਕਠਿਨ ਮਾਇਆ ਦੇ ਵਿੱਚ ਮਹਾਰਾਜ ਕਹਿੰਦੇ ਜੀਵ ਭੁੱਲ ਕੇ ਰਹਿ ਗਿਆ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਰਮ ਵਿੱਚ ਪੈ ਕੇ ਪ੍ਰਭੂ ਨੂੰ ਨਾ ਭੁੱਲੋ, ਸਤਿਗੁਰ ਸੇਵਹੁ। ਸਤਿਗੁਰੂ ਜੀ ਦੀ ਸੇਵਾ ਕਰੋ ਭਾਈ, ਫਿਰ ਜੀਵਨ ਸਫਲ ਹੋਵੇਗਾ। ਮਨ ਰੱਖੋ ਇਕ ਠਾਈ, ਤੇ ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾ ਕੇ ਰੱਖੋ। ਜਿਹੜਾ ਮਨ ਕਦੀ ਕਿਸੇ ਪਾਸੇ ਨੂੰ ਭੱਜ ਜਾਂਦਾ, ਕਦੀ ਕਿਸੇ ਪਾਸੇ ਨੂੰ ਦੌੜ ਜਾਂਦਾ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਦੀ ਕਿਸੇ ਦਰਖਤ ਤੇ ਜਾ ਕੇ ਬਹਿ ਜਾਂਦਾ ਏ ਮਨ ਪੰਛੀ, ਕਦੀ ਕਿਸੇ ਤੇ ਬਹਿ ਜਾਂਦਾ। ਜਿਹੋ ਜੀ ਸੰਗਤ ਕਰਦਾ ਉਹੋ ਜਿਹੇ ਖੱਟੇ ਮਿੱਠੇ ਫਲ ਖਾਂਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਇਸ ਕਰਕੇ ਮਨ ਨੂੰ ਗਰੀਬ ਨਵਾਜ ਕਹਿੰਦੇ ਸ਼ਬਦ ਦੇ ਆਸਰੇ ਟਿਕਾ ਕੇ ਰੱਖੋ ਇੱਕ ਥਾਂ ਤੇ। ਬਿਨ ਨਾਵੈ ਸਭ ਭੂਲੀ ਫਿਰਦੀ, ਪ੍ਰਭੂ ਦੇ ਨਾਮ ਤੋਂ ਬਿਨਾ, ਨਾਮ ਜਪਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਭੁੱਲੀ ਫਿਰਦੀ ਹੈ। ਬਿਰਥਾ ਜਨਮ ਗਵਾਈ, ਜਨਮ ਤਾਂ ਅਮੋਲਕ ਮਿਲਿਆ ਸੀ ਮਾਨਸ ਜਨਮ, ਪਰ ਵਿਅਰਥ ਹੀ ਗਵਾ ਰਹੀ ਹੈ ਸ੍ਰਿਸ਼ਟੀ ਨਾਮ ਤੋਂ ਬਿਨਾ, ਨਾਮ ਤੋਂ ਸਖਣੀ ਰਹਿ ਕੇ, ਨਾਮ ਤੋਂ ਵਾਂਝੀ ਰਹਿ ਕੇ। ਜੋਗੀ ਜੁਗਤ ਗਵਾਈ ਹੰਡੈ। ਮਹਾਰਾਜ ਕਹਿੰਦੇ ਆ ਜੋਗੀਆਂ ਨੇ, ਜਿਨ੍ਹਾਂ ਨੇ ਜੋਗੀਆਂ ਵਾਲਾ ਭੇਖ ਧਾਰਨ ਕੀਤਾ ਹੈ, ਉਹਨਾਂ ਕੋਲੇ ਇਕੱਲਾ ਲਿਬਾਸ ਹੀ ਰਹਿ ਗਿਆ। ਜਿਹੜੀ ਜੁਗਤ ਸੀ ਨਾ, ਤਰੀਕਾ ਸੀ ਜੁੜਨ ਦਾ, ਉਹ ਗਵਾ ਦਿੱਤਾ ਹੈ ਤੇ ਗਵਾ ਕਰਕੇ ਹੰਡੈ। ਸੋ ਇਸ ਤਰੀਕੇ ਦੇ ਨਾਲ ਅਜਾਈ ਵਿਅਰਥ ਹੀ ਤੁਰੇ ਫਿਰਦੇ ਹਨ, ਵਿਚਰਦੇ ਹਨ। ਪਾਖੰਡ ਜੋਗ ਨਾ ਪਾਈ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਕਿ ਪਖੰਡ ਕਰਨ ਦੇ ਨਾਲ ਜੋਗ ਨਹੀਂ ਪ੍ਰਾਪਤ ਹੁੰਦਾ। ਜੋਗ ਨਾਮ ਹੈ ਜੁੜਨ ਦਾ, ਜੋਗੀ ਨਾਮ ਹੈ ਜੁੜੇ ਹੋਏ ਦਾ, ਤੇ ਜੁਗਤ ਨਾਮ ਹੈ ਤਰੀਕੇ ਦਾ, ਢੰਗ ਦਾ। ਜੋਗੀ ਜੁਗਤ ਗਵਾਈ ਹੰਡੈ। ਜੋਗੀ ਜਿਹੜਾ ਹੈ ਉਹਨੇ ਬਾਹਰੀ ਲਿਬਾਸ ਤਾਂ ਧਾਰਨ ਕੀਤਾ, ਪਰ ਜੁੜਨ ਦੀ ਜਿਹੜੀ ਜੁਗਤੀ ਉਹ ਗਵਾ ਦਿੱਤੀ ਹੈ। ਇਸ ਤਰ੍ਹਾਂ ਹੀ ਉਹ ਆਪਣਾ ਜੀਵਨ ਹੰਢਾ ਰਿਹਾ ਹੈ, ਜੀਵਨ ਬਤੀਤ ਕਰ ਰਿਹਾ ਹੈ। ਤੇ ਜਿਸ ਵੇਲੇ ਇਕੱਲਾ ਭੇਖ ਹੀ ਹੋਵੇ, ਉਹਦੀ ਅਸਲੀਅਤ ਨਾ ਹੋਵੇ, ਤਾਂ ਫਿਰ ਮਹਾਰਾਜ ਕਹਿੰਦੇ ਉਹ ਭੇਖ ਜਿਹੜਾ ਪਖੰਡ ਬਣ ਜਾਂਦਾ ਹੈ। ਇਸ ਕਰਕੇ ਪਖੰਡ ਵਿੱਚ ਪੈ ਕਰਕੇ ਜੋਗ ਨਾ ਪਾਈ, ਜੋਗ ਨਹੀਂ ਪ੍ਰਾਪਤ ਹੁੰਦਾ, ਪ੍ਰਭੂ ਨਾਲ ਜੁੜਿਆ ਨਹੀਂ ਜਾਂਦਾ ਹੈ। ਸਿਵ ਨਗਰੀ ਮਹਿ ਆਸਣ ਬੈਸੇ, ਬੈਸੈ ਸਿਵ ਕਲਿਆਣ ਸਰੂਪ ਨਗਰੀ ਜਿਹੜੀ ਹੈ ਨਾ, ਸਿਵ ਕਲਿਆਣ ਸਰੂਪ ਪਰਮੇਸ਼ਰ, ਤੇ ਉਹਦੀ ਨਗਰੀ ਕਿਹੜੀ ਹੈ? ਸਤ ਸੰਗਤ। ਇਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਜਿਹੜਾ ਬੈਠਣਾ ਇਹੀ ਆਸਣ ਲਾਉਣਾ ਹੈ, ਸਤ ਸੰਗਤ ਵਿੱਚ ਚੌਂਕੜਾ ਲਾ ਕੇ ਬੈਠਣਾ ਕਰੇ, ਇਹ ਆਸਣ ਲਾਵੇ। ਜੋਗੀ ਵੱਖਰੇ ਵੱਖਰੇ ਤਰੀਕੇ ਨਾਲ ਆਸਣ ਲਾਉਂਦੇ ਹਨ, ਪਰ ਸਿਵ ਜੋ ਕਲਿਆਣ ਸਰੂਪ ਹੈ, ਉਹਦੀ ਨਗਰੀ ਅੰਤਸ਼ਕਰਨ ਦੇ ਵਿੱਚ, ਦਸਮ ਦੁਆਰ ਦੇ ਵਿੱਚ ਆਪਣੀ ਬਿਰਤੀ ਨੂੰ ਜੋ ਰੋਕਣਾ ਹੈ, ਇਹ ਆਸਣ ਲਾਉਣਾ ਕਰੇ।
ਅਥਵਾ ਪ੍ਰਤੱਖ ਸਤ ਸੰਗਤ ਤੇ ਸਿਵ ਕਲਿਆਣ ਸਰੂਪ ਦੀ ਨਗਰੀ ਹੈ। ਇਹਦੇ ਵਿੱਚ ਚੌਂਕੜਾ ਲਾ ਕਰਕੇ ਬੈਠਣਾ ਕਰੇ। ਸਿਵ ਨਗਰੀ ਮਹਿ ਆਸਣ ਬੈਸੈ। ਹਾਂਜੀ, ਇੱਥੇ ਲਾ ਕੇ ਆਸਣ ਚੌਂਕੜਾ ਲਾ ਕੇ ਬੈਠੇ ਕਲਿਆਣ ਸਰੂਪ ਪਰਮੇਸ਼ਰ ਦੀ ਨਗਰੀ ਸਤ ਸੰਗਤ ਦੇ ਵਿੱਚ। ਗੁਰ ਸਬਦੀ ਜੋਗ ਪਾਈ। ਤੇ ਗੁਰੂ ਕੇ ਸ਼ਬਦ ਦੁਆਰਾ ਜੀਵ ਨੂੰ ਜੋਗ ਦੀ ਪ੍ਰਾਪਤੀ ਹੋਵੇਗੀ। ਗੱਲਾਂ ਬਾਤਾਂ ਨਾਲ ਨਹੀਂ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜੋਗ ਨਾ ਬਾਹਰ ਮੜੀ ਮਸਾਣੀ। ਤੋ ਇਸ ਤਰੀਕੇ ਨਾਲ ਜੋਗ ਨਹੀਂ ਪ੍ਰਾਪਤ ਹੋਵੇਗਾ। ਜੋਗ ਸਤ ਸੰਗਤ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਦੁਆਰਾ ਇਹ ਜੁੜ ਸਕਦਾ, ਇਹ ਜੁੜਨਾ ਪਾਵੇਗਾ। ਧਾਤੁਰ ਬਾਜੀ ਸ਼ਬਦ ਨਿਵਾਰੇ। ਮਹਾਰਾਜ ਕਹਿੰਦੇ ਜਿਹੜਾ ਇਹ ਸੰਸਾਰ ਹੈ ਧਾਤੁਰ ਬਾਜੀ ਹੈ। ਧਾਤੁਰ ਕਹੀਏ ਧਾ ਜਾਣ ਵਾਲੀ ਖੇਡ ਹੈ। ਧਾਤੁਰ ਇਹ ਜਿਹੜੀ ਦੌੜ ਜਾਣ ਵਾਲੀ ਬਾਜੀ ਹੈ, ਇਹ ਨਿਵਰਤ ਹੋ ਜਾਣ ਵਾਲਾ ਹੈ। ਤੇ ਗੁਰੂ ਕੇ ਸ਼ਬਦ ਦੁਆਰਾ ਇਹਦਾ ਜਿਹੜੀ ਮੋਹ ਮਮਤਾ ਹੈ, ਹੰਗਤਾ ਮਮਤਾ ਹੈ, ਉਸ ਨੂੰ ਨਿਵਾਰੇ, ਨਿਵਰਤ ਕਰੇ। ਇਹ ਨਾਸਮਾਨ ਜੋ ਬਾਜੀ ਰੂਪ ਸੰਸਾਰ ਹੈ, ਇਹਦੇ ਮੋਹ ਮਮਤਾ ਦੀ ਨਿਵਰਤੀ ਕਰੇ ਗੁਰੂ ਕੇ ਸ਼ਬਦ ਵਿੱਚ ਜੁੜ ਕੇ। ਨਾਮ ਵਸੈ ਮਨ ਆਈ। ਪਰ ਉਸ ਵੇਲੇ ਦਾਤ ਪ੍ਰਾਪਤ ਹੁੰਦੀ ਹੈ ਜਦੋਂ ਨਾਮ ਮਨ ਵਿੱਚ ਆ ਵਸੇ। ਜਦੋਂ ਗੁਰੂ ਕੀ ਕਿਰਪਾ ਨਾਲ ਨਾਮ ਮਨ ਵਿੱਚ ਵਸ ਜਾਵੇਗਾ ਤੇ ਫਿਰ ਇਹ ਬਾਜੀ ਰੂਪ ਜਿਹੜਾ ਸੰਸਾਰ ਹੈ, ਇਹਦੀ ਹੰਗਤਾ ਮਮਤਾ ਨਿਵਰਤ ਹੋ ਜਾਵੇਗੀ। ਇਹੋ ਸਰੀਰ ਸਰਵਰ ਹੈ ਸੰਤ ਹੋ। ਇਹ ਸੰਤ ਜਨੋ, ਇਹ ਜਿਹੜਾ ਸਰੀਰ ਮਿਲਿਆ ਹੈ ਨਾ ਅਮੋਲਕ, 84 ਲੱਖ ਜੂਨਾਂ ਵਿੱਚੋਂ ਜਿਹੜਾ ਸ਼੍ਰੋਮਣੀ ਹੈ ਮਾਨਸ ਸਰੀਰ, ਇਹ ਸਰੀਰ ਇੱਕ ਸਰਵਰ ਹੈ। ਇਹ ਸਰੋਵਰ ਦੀ ਤਰ੍ਹਾਂ ਹੈ ਸੰਤ ਜਨੋ। ਇਸਨਾਨ ਕਰੇ ਲਿਵ ਲਾਈ। ਇਹਦੇ ਵਿੱਚ ਜੋ ਸ਼ਬਦ ਨਾਲ ਜੁੜ ਕੇ ਬਿਰਤੀ ਅੰਤਰਮੁਖ ਕਰਨੀ ਹੈ ਨਾ, ਇਹ ਲਿਵ ਲਾ ਕਰਕੇ ਇਸ਼ਨਾਨ ਕਰਨਾ ਕਰੇ। ਇੱਕ ਇਸ਼ਨਾਨ ਕਰਨਾ ਬਾਹਰੋਂ, ਬਾਹਰਲੇ ਸਰੋਵਰ ਦੇ ਵਿੱਚ, ਬਾਹਰਲੇ ਪਾਣੀ ਦੇ ਨਾਲ ਜਿਹੜਾ ਸਰੀਰ ਦਾ ਇਸ਼ਨਾਨ ਕਰਨਾ ਉਹ ਵੀ ਜ਼ਰੂਰੀ ਹੈ। ਸਰੀਰ ਦਾ ਇਸ਼ਨਾਨ ਵੀ ਅੰਮ੍ਰਿਤ ਵੇਲੇ ਰੋਜ਼ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਿਹੜਾ ਆਪਣੇ ਪ੍ਰਭੂ ਨੂੰ ਸਿਮਰਨਾ ਹੈ ਨਾ, ਉਹ ਇਸ ਸਰੀਰ ਦੇ ਅੰਦਰ ਜਿਹੜਾ ਹੈ ਨਾ, ਅੰਤਰ ਖੂਹਟਾ ਹੈ ਅੰਮ੍ਰਿਤ ਭਰਿਆ। ਅੰਦਰ ਖੂਹ ਵੀ ਹੈ, ਮਹਾਰਾਜ ਨੇ ਖੂਹ ਵੀ ਆਖਿਆ, ਇੱਥੇ ਸਰਵਰ ਆਖਿਆ। ਗਰੀਬ ਨਵਾਜ ਕਹਿੰਦੇ ਅੰਦਰ ਖੂਹ ਹੈ ਜਿਹੜਾ ਅੰਮ੍ਰਿਤ ਦਾ ਭਰਿਆ ਹੋਇਆ। ਅੰਤਰ ਖੂਹਟਾ ਹੈ ਅੰਮ੍ਰਿਤ ਭਰਿਆ, ਸਭ ਦੇ ਕਾਢ ਪੀਐ ਪਨਿਹਾਰੀ। ਗੁਰੂ ਕੇ ਸ਼ਬਦ ਦੀ ਲੱਜ ਦੇ ਨਾਲ ਉਥੋਂ ਨਾਮ ਅੰਮ੍ਰਿਤ ਕੱਢ ਕੇ ਪੀਣਾ ਵੀ ਹੈ ਤੇ ਉਹਦੇ ਵਿੱਚ ਇਸ਼ਨਾਨ ਵੀ ਕਰਨਾ ਹੈ। ਅੰਤਰਗਤ ਤੀਰਥ ਮਲ ਨਹਾਵੋ। ਸੋ ਅੰਤਰਮੁਖ ਜਿਹੜੀ ਬਿਰਤੀ ਕਰਨੀ ਹੈ, ਸ਼ਬਦ ਦੇ ਨਾਲ ਆਪਣੇ ਅੰਤਰਾਤਮੇ ਜੁੜਨਾ ਹੈ। ਇਹ ਇਸ਼ਨਾਨ ਕਰੇ ਸ਼ਬਦ ਦੇ ਨਾਲ ਲਿਵ ਲਾ ਕਰਕੇ ਇਸ ਸਰੋਵਰ ਵਿੱਚ। ਨਾਮ ਇਸਨਾਨ ਕਰਹਿ ਸੇ ਜਨ ਨਿਰਮਲ। ਜਿਹੜੇ ਭਾਈ ਨਾਮ ਦੇ ਵਿੱਚ ਇਸ਼ਨਾਨ ਕਰਦੇ ਹਨ, ਨਾਮ ਵਿੱਚ ਜਿਹੜਾ ਜੁੜਨਾ ਹੈ, ਇਹ ਇਸ਼ਨਾਨ ਕਰਨਾ ਹੈ। ਕਿਉਂਕਿ ਇੱਕ ਤਨ ਦਾ ਇਸ਼ਨਾਨ ਹੈ, ਇੱਕ ਮਨ ਦਾ ਇਸ਼ਨਾਨ ਹੈ। ਤਨ ਦਾ ਇਸ਼ਨਾਨ ਬਾਹਰਲੇ ਜਲ ਦੇ ਨਾਲ ਹੋਵੇਗਾ ਤੇ ਮਨ ਦਾ ਇਸ਼ਨਾਨ ਨਾਮ ਰੂਪੀ ਜਲ ਦੇ ਨਾਲ ਹੋਵੇਗਾ। ਇਸ ਕਰਕੇ ਗਰੀਬ ਨਵਾਜ ਸਾਹਿਬ ਨੇ ਦੋਵੇਂ ਇਸ਼ਨਾਨ ਆਖੇ ਹਨ। ਬਾਹਰੀ ਇਸ਼ਨਾਨ ਵੀ ਜ਼ਰੂਰੀ ਹੈ। ਜੇ ਬਾਹਰੀ ਨਾ ਕਰੀਏ ਬਾਹਰ ਮੈਲ ਲੱਗ ਜਾਂਦੀ ਹੈ, ਸਰੀਰ ਨੂੰ ਮੈਲ ਲੱਗ ਜਾਵੇਗੀ। ਕੱਪੜਿਆਂ ਨੂੰ ਨਾ ਧੋਤਾ ਜਾਵੇ, ਕੱਪੜੇ ਮੈਲੇ ਹੋ ਜਾਂਦੇ। ਇਸ ਕਰਕੇ ਜੇ ਸ਼ਬਦ ਦੇ ਨਾਲ ਜੁੜ ਕਰਕੇ, ਨਾਮ ਵਿੱਚ ਜੁੜ ਕਰਕੇ ਅੰਦਰ ਦਾ ਇਸ਼ਨਾਨ ਨਾ ਕਰੀਏ ਤੇ ਮਨ ਮੈਲਾ ਰਹੇਗਾ, ਬੁੱਧੀ ਮੈਲੀ ਰਹੇਗੀ, ਹਿਰਦਾ ਮੈਲਾ ਰਹੇਗਾ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਨਾਲ ਜਦੋਂ ਪ੍ਰੇਮ ਕਰਾਂਗੇ, ਨਾਮ ਵਿੱਚ ਜੁੜ ਕੇ ਇਸ਼ਨਾਨ ਕਰੈ, ਅੰਤਰਮੁਖ ਬਿਰਤੀ ਕਰਨ ਰੂਪੀ ਇਸ਼ਨਾਨ ਕਰਨਾ ਕਰੇ। ਆਪਣੇ ਮਨ ਦਾ ਇਸ਼ਨਾਨ ਕਰਾਵੇ ਨਾਮ ਨਾਲ ਜੁੜ ਕੇ। ਸੇ ਜਨ ਨਿਰਮਲ, ਉਹ ਜਨ ਫਿਰ ਨਿਰਮਲ ਹੋ ਜਾਂਦੇ। ਅੰਦਰੋਂ ਉਹਨਾਂ ਦਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ। ਸਭ ਦੇ ਮੈਲ ਗਵਾਈ। ਸ਼ਬਦ ਨੇ ਉਹਨਾਂ ਦੀ ਮੈਲ ਗਵਾ ਦਿੱਤੀ।
ਜਿਹੜੀ ਮਨ ਨੂੰ ਲੱਗੀ ਸੀ ਕਈਆਂ ਜਨਮਾਂ ਦੀ, ਤੇ ਮਨ ਸ਼ਾਹ ਕਾਲਾ ਹੋਇਆ ਪਿਆ ਸੀ, ਕਾਲਾ ਕਿੱਟ ਬਹੁਤਾ ਹੀ ਮੈਲਾ ਹੋਇਆ ਪਿਆ ਸੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਇੰਨਾ ਮੈਲਾ ਸੀ, ਪਰ ਜਦੋਂ ਸ਼ਬਦ ਦੇ ਨਾਲ ਜੁੜੇ ਤੇ ਸ਼ਬਦ ਦੇ ਮੈਲ ਗਵਾਈ, ਸ਼ਬਦ ਨੇ ਮੈਲ ਗਵਾ ਦਿੱਤੀ। ਜਿੰਨਾ ਚਿਰ ਸ਼ਬਦ ਨਾਲ ਨਾ ਜੁੜਿਆ ਜਾਵੇ, ਨਾਮ ਨਾਲ ਨਾ ਜੁੜਿਆ ਜਾਵੇ, ਤੇ ਬਾਹਰੀ ਤੌਰ ਤੇ ਪਾਣੀ ਦੇ ਨਾਲ ਇਸ਼ਨਾਨ ਕਰਕੇ ਬੰਦਾ ਭਾਵੇਂ ਸੁੱਧ ਹੋ ਹੀ ਜਾਵੇ ਬਾਹਰੀ ਤੌਰ ਤੇ ਜੇ ਅੰਦਰੋਂ ਮਨ ਮੈਲਾ ਹੈ ਨਾ, ਉਹਨੇ ਤਨ ਨੂੰ ਫੇਰ ਮੈਲਾ ਕਰ ਦੇਣਾ। ਅੱਖਾਂ ਮੈਲੀਆਂ ਹੋ ਜਾਣੀਆਂ ਬਗਾਨਾ ਰੂਪ ਤੱਕ ਕੇ, ਕਿਉਂਕਿ ਅੰਦਰ ਮਨ ਨੂੰ ਮੈਲ ਲੱਗੀ ਆ ਤੇ ਉਹਨੇ ਫੁਰਨਾ ਕੀਤਾ ਵੀ ਤੂੰ ਤੱਕ ਬਗਾਨਾ ਰੂਪ, ਤੇ ਅੱਖਾਂ ਨੇ ਬਗਾਨਾ ਰੂਪ ਤੱਕਿਆ ਤੇ ਅੱਖਾਂ ਮੈਲੀਆਂ ਹੋ ਗਈਆਂ। ਅੰਦਰੋਂ ਮਨ ਨੂੰ ਮੈਲ ਲੱਗੀ, ਉਹਨੇ ਆਖਿਆ ਤੂੰ ਸੁਣ ਨਿੰਦਿਆ ਤੇ ਚੁਗਲੀ ਕੰਨਾਂ ਨਾਲ, ਤੇ ਕੰਨ ਮੈਲੇ ਕਰ ਦਿੱਤੇ। ਅੰਦਰੋਂ ਮਨ ਮੈਲਾ ਹੈ ਤੇ ਮਨ ਨੇ ਆਖਿਆ ਵੀ ਰਸਨਾ ਤੋਂ ਬੋਲ ਕਿਸੇ ਦੇ ਬਾਰੇ, ਕੋਈ ਝੂਠ ਕੋਈ ਨਿੰਦਿਆ ਕੋਈ ਚੁਗਲੀ ਕਰ, ਤੇ ਜੀਵ ਨੂੰ ਮੈਲਾ ਕਰ ਦਿੱਤਾ ਮਨ ਨੇ। ਇਸ ਕਰਕੇ ਤਾਂ ਹੀ ਆਖਿਆ ਹੈ ਵੀ ਜਿਹੜੇ ਗੁਰਮੁਖ ਸ਼ਬਦ ਨਾਲ ਜੁੜਦੇ ਆ, ਫਿਰ ਉਹ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਆ। ਬਾਹਰੋਂ ਤਾਂ ਇਸ਼ਨਾਨ ਕਰਦੇ ਹੀ ਆ ਉਹ, ਤੇ ਜਦੋਂ ਸ਼ਬਦ ਨਾਲ ਜੁੜ ਗਏ ਉਹਨਾਂ ਦਾ ਅੰਦਰ ਵੀ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੇ ਇੰਦਰੀਏ ਵੀ ਪਵਿੱਤਰ ਹੋ ਜਾਂਦੇ। ਉਸੇ ਅਵਸਥਾ ਨੂੰ ਮਹਾਰਾਜ ਨੇ ਆਨੰਦ ਸਾਹਿਬ 'ਚ ਆਖਿਆ, ਜੀ ਆਹੋ ਨਿਰਮਲ ਬਾਹਰ ਆਹੋ ਨਿਰਮਲ। ਉਹ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ। ਤੇ ਇੱਕ ਥਾਂ ਤੇ ਮਹਾਰਾਜ ਨੇ ਆਖਿਆ ਵੀ ਜੇ ਮਨ ਮੈਲਾ ਹੈ ਨਾ, ਜੇ ਮਨ ਮੈਲਾ ਹੈ, ਨਾਮ ਵਿੱਚ ਇਸ਼ਨਾਨ ਨਹੀਂ ਕੀਤਾ, ਭਾਵ ਨਾਮ ਵਿੱਚ ਨਹੀਂ ਜੁੜਦਾ, ਸ਼ਬਦ ਵਿੱਚ ਇਸ਼ਨਾਨ ਨਹੀਂ ਕਰਦਾ, ਤੇ ਮੈਲੇ ਮਨ ਨੇ ਤਨ ਨੂੰ ਫੇਰ ਮੈਲਾ ਕਰ ਦੇਣਾ। ਮਨ ਮੈਲਾ ਸਭ ਕਿਛ ਹੈ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਕੱਲਾ ਤਨ ਧੋਣ ਦੇ ਨਾਲ ਮਨ ਹੱਛਾ ਨਹੀਂ ਹੋਵੇਗਾ। ਇਹਦਾ ਮਤਲਬ ਇਹ ਨਹੀਂ ਵੀ ਤਨ ਧੋਣਾ ਨਹੀਂ ਚਾਹੀਦਾ, ਇਸ਼ਨਾਨ ਜ਼ਰੂਰ ਕਰਨਾ, ਤਨ ਨੂੰ ਤਾਂ ਧੋਣਾ ਹੀ ਧੋਣਾ ਹੈ, ਪਰ ਤਨ ਧੋਣ ਤੋਂ ਬਾਅਦ ਮਨ ਨੂੰ ਵੀ ਧੋਣਾ ਹੈ ਸ਼ਬਦ ਨਾਲ ਜੋੜ ਕੇ, ਬਾਣੀ ਨਾਲ ਜੋੜ ਕਰਕੇ। ਤਾਂ ਗਰੀਬ ਨਵਾਜ ਸਾਹਿਬ ਕਹਿੰਦੇ ਜਿਹੜੇ ਨਾਮ ਵਿੱਚ ਜੁੜ ਕਰਕੇ ਅੰਤਰਮੁਖ ਹੋ ਕਰਕੇ ਹਿਰਦੇ ਦਾ ਇਸ਼ਨਾਨ ਕਰਦੇ, ਉਹਨਾਂ ਦੀ ਫਿਰ ਜਨਮਾਂ ਜਨਮਾਤਰਾ ਦੀ ਮੈਲ ਸ਼ਬਦ ਲਾ ਦਿੰਦਾ ਹੈ। ਤ੍ਰੈ ਗੁਣ ਅਚੇਤ ਨਾਮ ਚਿਤ ਹੈ ਨਾਹੀ। ਇਹ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਅਚੇਤ ਅਵਸਥਾ ਵਿੱਚ ਜੀਵ ਰਹਿੰਦਾ ਹੈ, ਨਾਮ ਨੂੰ ਚੇਤੇ ਨਹੀਂ ਕਰਦਾ। ਰਜਗੁਣ ਤਮ ਗੁਣ ਸਤਗੁਣ ਕਹੀਐ ਤੇਰੀ ਸਭ ਮਾਇਆ, ਮਾਇਆ ਪ੍ਰਵਿਰਤੀ ਵਿੱਚ ਹੀ ਫਸਿਆ ਰਹਿੰਦਾ ਹੈ, ਨਾਮ ਨੂੰ ਚੇਤੇ ਨਹੀਂ ਕਰਦਾ ਹੈ। ਬਿਨ ਨਾਵੈ ਬਿਨਸ ਜਾਈ। ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਇਹ ਆਤਮਕ ਮੌਤੇ ਮਰ ਜਾਵੇਗਾ, ਇਹ ਬਿਨਸ ਜਾਵੇਗਾ, ਨਾਮ ਤੋਂ ਬਿਨਾ ਖਤਮ ਹੋ ਜਾਵੇਗਾ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ। ਜੋ ਮਹਾਰਾਜ ਕਹਿੰਦੇ ਤਿੰਨ ਦੇਵਤੇ ਸਾਜੇ ਆ ਕਰਤਾ ਪੁਰਖ ਨੇ, ਇੱਕ ਬ੍ਰਹਮਾ ਹੈ, ਦੂਸਰਾ ਵਿਸ਼ਨੂੰ ਹੈ, ਤੀਸਰਾ ਮਹੇਸ਼ ਹੈ। ਤ੍ਰੈ ਮੂਰਤ, ਤਿੰਨ ਮੂਰਤਾਂ ਹਨ, ਤਿੰਨ ਸਰੂਪ ਹਨ। ਨਿਰਗੁਣ ਭਰਮ ਭੁਲਾਈ। ਤਾਂ ਇਹ ਵੀ ਤ੍ਰਿਗੁਣ ਤਿੰਨਾਂ ਗੁਣਾਂ ਦੇ ਵਿੱਚ ਭਰਮ ਦੇ ਵਿੱਚ ਭੁੱਲੇ ਹੋਏ ਹਨ। ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ। ਇਹ ਭਾਈ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੁੰਦੀ ਹੈ, ਉਹ ਹੀ ਇਹ ਤਿੰਨਾਂ ਗੁਣਾਂ ਦੀ ਜਿਹੜੀ ਤ੍ਰਿਕੁਟੀ ਹੈ ਨਾ, ਤਿੰਨਾਂ ਗੁਣਾਂ ਦੀ, ਰਜਗੁਣ ਤਮ ਗੁਣ ਸਤਗੁਣ ਦੀ, ਰਾਜਸੀ ਸੁਭਾਅ ਪਦਾਰਥਾਂ ਦੇ ਵਿੱਚ ਖਚਿਤ ਹੋਣਾ, ਤਾਮਸੀ ਕ੍ਰੋਧੀ ਹੋਣਾ, ਸ਼ਾਂਤ ਕੀ ਵੀ ਐਸੀ ਸ਼ਾਂਤੀ ਧਰਨੀ ਵੀ ਸਾਹਮਣੇ ਭਾਵੇਂ ਜ਼ੁਲਮ ਵੀ ਹੋਈ ਜਾਵੇ, ਪਾਪ ਪੱਧਰ ਵੀ ਹੋਈ ਜਾਵੇ, ਉਹਦੇ ਬਾਰੇ ਬੋਲਣਾ ਵੀ ਨਹੀਂ ਤੇ ਉੱਥੇ ਸਾਹਮਣੇ ਡਟਣਾ ਵੀ ਨਹੀਂ। ਤਾਂ ਐਸੇ ਜਿਹੜੇ ਇਹ ਤਿੰਨ ਗੁਣ ਹਨ, ਇਹ ਤ੍ਰਿਕੁਟੀ ਹੈ। ਮਹਾਰਾਜ ਕਹਿੰਦੇ ਵੀ ਭਾਈ ਤਾਂ ਛੁੱਟਦੀ ਹੈ ਜੇ ਗੁਰੂ ਦੀ ਕਿਰਪਾ ਹੋਵੇ, ਗੁਰੂ ਕੀ ਕਿਰਪਾ ਹੋਵੇ ਤੇ ਇਸ ਤਰ੍ਹਾਂ ਦੀ ਇਹ ਤਿੰਨ ਪ੍ਰਕਾਰ ਦੀ ਮਾਇਆ ਤੋਂ ਜੀਵ ਤਾਂ ਛੁੱਟਦਾ ਹੈ। ਤ੍ਰਿਕੁਟੀ ਛੂਟੈ, ਜੋ ਇਸੇ ਪ੍ਰਕਾਰ, ਜਾਂ ਕਈਆਂ ਗੁਰਮੁਖਾਂ ਨੇ ਇਹ ਤ੍ਰਿਕੁਟੀ ਦਾ ਅਰਥ ਐਸਾ ਵੀ ਕੀਤਾ ਜਿਹੜੀ ਅੰਦਰ ਦੀ ਖਿੱਚ ਹੈ, ਖਿੱਚ ਜੀ ਬਣੀ ਰਹਿੰਦੀ ਹੈ, ਕਲਪਨਾ ਬਣੀ ਰਹਿੰਦੀ ਹੈ, ਮਨ ਅਸ਼ਾਂਤ ਰਹਿੰਦਾ ਹੈ, ਮੱਥੇ ਤੇ ਤ੍ਰਿਕੁਟੀ ਤਿੰਨ ਵਲਜੇ ਪੈ ਰਹਿੰਦੇ ਹਨ, ਤਿਉੜੀ ਜੀ ਪਈ ਰਹਿੰਦੀ ਹੈ। ਉਹ ਤ੍ਰਿਕੁਟੀ ਤਾਂ ਛੁੱਟਦੀ ਜੇ ਗੁਰੂ ਕੀ ਕਿਰਪਾ ਹੋਵੇ। ਚੌਥੈ ਪਦ ਲਿਵ ਲਾਈ। ਉਹ ਫਿਰ ਭਾਈ ਉੱਚੀ ਅਵਸਥਾ ਜਿਹੜੀ ਜਿਹਨੂੰ ਤੁਰਿਆ ਪਦ ਆਖਿਆ ਹੈ,
ਚੌਥਾ ਪਦ, ਉਹ ਚੌਥੇ ਪਦ ਵਿੱਚ ਗੁਰਮੁਖ ਪੜਦਾ ਹੈ, ਉੱਥੇ ਫਿਰ ਲਿਵ ਲਾ ਕੇ ਰੱਖਦਾ ਪ੍ਰਭੂ ਦੇ ਨਾਲ। ਪੰਡਿਤ ਪੜ੍ਹੇ ਪੜਵਾਦ ਵਖਾਣਹਿ। ਸਤਿਗੁਰੂ ਕਹਿੰਦੇ ਜਿਹੜੇ ਵਿਦਵਾਨ ਲੋਕ ਹਨ, ਪੰਡਤ ਦਾ ਅਰਥ ਹੈ ਵਿਦਵਾਨ। ਪੰਡਤ ਵਿਦਵਾਨ ਲੋਕ ਪੜ੍ਹਦੇ ਹਨ ਧਰਮ ਗ੍ਰੰਥਾਂ ਨੂੰ, ਪਰ ਪੜ੍ਹ ਕਰਕੇ ਵਾਦ ਵਖਾਣੇ ਝਗੜਿਆਂ ਦਾ ਹੀ ਕਥਨ ਕਰਦੇ ਹਨ, ਝਗੜੇ ਕਰਦੇ ਹਨ। ਤਿੰਨਾ ਬੂਝ ਨਾ ਪਾਈ। ਮਹਾਰਾਜ ਕਹਿੰਦੇ ਉਹਨਾਂ ਨੇ ਸਮਝ ਹੀ ਨਹੀਂ ਪ੍ਰਾਪਤ ਕੀਤੀ ਹੈ। ਵਿਦਿਆ ਪੜ੍ਹ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ ਸੀ, ਪ੍ਰਭੂ ਨਾਲ ਜੁੜਨਾ ਸੀ, ਤੇ ਉਹ ਪ੍ਰਭੂ ਭਗਤੀ ਛੱਡ ਕਰਕੇ ਵਤੰਡਾਵਾਦ ਵਿੱਚ ਪੈ ਗਏ, ਲੜਾਈ ਝਗੜੇ ਵਿੱਚ ਪੈ ਗਏ, ਇੱਕ ਦੂਜੇ ਨੂੰ ਉੱਚਾ ਨੀਵਾਂ ਵਿਖਾਉਣ ਵਿੱਚ ਪੈ ਗਏ। ਤਿੰਨਾਂ ਬੂਝ ਨਾ ਪਾਈ, ਉਹਨਾਂ ਨੂੰ ਵਿਦਿਆ ਦੇ ਤੱਤ ਦਾ, ਸਾਰ ਦਾ, ਸਿਧਾਂਤ ਦਾ ਪਤਾ ਹੀ ਨਹੀਂ ਲੱਗਾ, ਵਾਹਿਗੁਰੂ ਦੀ ਸਮਝ ਹੀ ਨਹੀਂ ਪ੍ਰਾਪਤ ਕੀਤੀ ਹੈ। ਵਿਖਿਆ ਮਾਤੇ ਭਰਮ ਭੁਲਾਏ। ਵਿਖਿਆ ਮਾਇਆ ਦੇ ਵਿੱਚ ਹੀ ਮਸਤ ਹੋ ਗਏ ਤੇ ਭਰਮ ਦੇ ਵਿੱਚ ਭੁੱਲ ਗਏ। ਉਪਦੇਸ਼ ਕਹੇ ਕਿਸ ਭਾਈ। ਤੇ ਮਹਾਰਾਜ ਕਹਿੰਦੇ ਭਾਈ, ਇਹ ਭਰਾਓ ਕਿਸ ਨੂੰ ਉਪਦੇਸ਼ ਕਹਿਣਗੇ, ਕਿਉਂਕਿ ਜਿਹਦਾ ਆਪਦਾ ਹੀ ਜੀਵਨ ਨਹੀਂ ਹੈ, ਉਪਦੇਸ਼ ਦਾ ਧਾਰਨੀ, ਉਹ ਦੂਜੇ ਨੂੰ ਉਪਦੇਸ਼ ਕੀ ਕਹੇਗਾ ਤੇ ਉਹਦਾ ਕਿਹਾ ਹੋਇਆ ਅਸਰ ਵੀ ਕਿਸੇ ਤੇ ਕੀ ਕਰੇਗਾ। ਜਿਹੜੀ ਗੱਲ ਦੂਜੇ ਨੂੰ ਕਹਿਣੀ ਹੈ ਵੀ ਤੂੰ ਆ ਛੱਡ, ਤੇ ਆਪ ਛੱਡਦਾ ਨਹੀਂ ਹੈ। ਵਿਖਿਆ ਮਾਤੇ, ਆਪ ਵਿਖਿਆ ਨਾਮ ਹੈ ਮਾਇਆ ਦਾ, ਆਪ ਮਾਇਆ ਵਿੱਚ ਮਸਤ ਹੈ, ਆਪ ਭਰਮ ਵਿੱਚ ਭੁੱਲਾ ਹੋਇਆ ਹੈ। ਤੇ ਐਸਾ ਜੇ ਉਪਦੇਸ਼ ਕਹੇ ਕਿਸ ਭਾਈ, ਭਰਾਓ ਕਿਸ ਨੂੰ ਉਪਦੇਸ਼ ਕਹੇਗਾ, ਕੀ ਕਹਿ ਸਕੇਗਾ ਉਹ, ਉਹਦਾ ਕਹਿਣਾ ਸਾਰਥਕ ਹੈ ਹੀ ਨਹੀਂ ਹੈ। ਵਿਖਿਆ ਨਾਮ ਮਾਇਆ ਦਾ ਵੀ ਹੈ, ਵਿਖਿਆ ਨਾਮ ਵਿਸ਼ੇ ਵਿਕਾਰਾਂ ਦਾ ਵੀ ਹੈ। ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਮਸਤ ਹੈ, ਖਚਿਤ ਹੈ, ਭਰਮ ਵਿੱਚ ਭੁੱਲਿਆ ਹੋਇਆ ਹੈ, ਉਹ ਕਿਸੇ ਨੂੰ ਵਿਸ਼ੇ ਤਿਆਗਣ ਵਾਸਤੇ ਕੀ ਉਪਦੇਸ਼ ਕਹੇਗਾ ਭਰਾਓ, ਕੀ ਕਹੇਗਾ। ਉਹ ਤੇ ਇਸ ਤਰ੍ਹਾਂ ਦੀ ਹਾਲਤ ਹੈ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਅਵਰਹਿ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਜੇ ਆਪ ਧਾਰਨਾ ਨਹੀਂ ਹੈ, ਆਪ ਨਹੀਂ ਧਾਰਨ ਕਰਦਾ ਉਪਦੇਸ਼ ਨੂੰ, ਸਿਰਫ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਤੇ ਉਹਦਾ ਕੋਈ ਸਵਾਦ ਨਹੀਂ। ਉਹ ਤੇ ਇਸ ਤਰ੍ਹਾਂ ਜਿਵੇਂ ਮੂੰਹ 'ਚ ਰੇਤਾ ਪਾ ਕੇ ਕੋਈ ਚਿੱਥਦਾ ਹੋਵੇ। ਮੁਖ ਮੈਂ ਪਰ ਹੈ ਰੇਤ, ਉਹ ਤਾਂ ਇਸ ਤਰ੍ਹਾਂ ਹੈ ਰਾਸ ਬਿਰਾਨੀ ਰਾਖ ਤੇ, ਬਗਾਨੀ ਰਾਸੀ ਦੀ ਰਾਖੀ ਕਰਦੇ, ਬਗਾਨੀ ਪੂੰਜੀ ਦੀ ਰਾਖੀ ਕਰਦਾ। ਖਾਇਆ ਘਰ ਕਾ ਖੇਤ, ਘਰ ਦਾ ਖੇਤ ਸਾਰਾ ਉੱਜੜ ਹੀ ਗਿਆ, ਉਹਦੀ ਰਾਖੀ ਨਹੀਂ ਕੀਤੀ। ਦੂਜਿਆਂ ਨੂੰ ਕਹਿੰਦਾ ਰਿਹਾ ਵੀ ਆਪਣਾ ਖੇਤ ਬਚਾ ਲਓ ਭਾਈ, ਤੁਹਾਡਾ ਉੱਜੜ ਨਾ ਜਾਵੇ, ਆਪਣੇ ਵੱਲੇ ਝਾਕਿਆ ਹੀ ਨਹੀਂ ਵੀ ਮੇਰਾ ਤੇ ਸਾਰਾ ਹੀ ਉੱਜੜ ਚੱਲਿਆ। ਮਹਾਰਾਜ ਸਾਹਿਬ ਕਹਿੰਦੇ ਵਿਖਿਆ ਵਿਸ਼ੇ ਵਿਕਾਰਾਂ ਵਿੱਚ ਜਿਹੜੇ ਮਸਤ ਵਾ, ਮਾਇਆ ਵਿੱਚ ਖਚਤਾ, ਭਰਮ ਵਿੱਚ ਭੁੱਲੇ ਹੋਏ ਆ, ਉਹ ਉਪਦੇਸ਼ ਕਿਸੇ ਨੂੰ ਕੀ ਕਹਿਣਗੇ, ਉਹਨਾਂ ਦਾ ਕਿਹਾ ਹੋਇਆ ਲਾਭਦਾਇਕ ਨਹੀਂ ਹੈ। ਭਗਤ ਜਨਾ ਕੀ ਊਤਮ ਬਾਣੀ। ਫਿਰ ਕਿਹਨਾਂ ਦਾ ਕਿਹਾ ਹੋਇਆ ਸਾਰਥਕ ਹੈ, ਇਸ ਪੰਕਤੀ 'ਚ ਦੱਸ ਦਿੱਤਾ ਮਹਾਰਾਜ ਨੇ। ਪਿਛਲੇ 'ਚ ਦੱਸਿਆ ਜਿਹੜੇ ਇਕੱਲਾ ਸਿਰਫ ਪੜ੍ਹ ਕੇ ਵਿਆਖਿਆ ਹੀ ਕਰਦੇ ਆ, ਕਮਾਈ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਉਹਨਾਂ ਦਾ ਕਿਹਾ ਹੋਇਆ ਉਪਦੇਸ਼ ਕੋਈ ਅਸਰ ਨਹੀਂ ਹੈ। ਤੇ ਜਿਹੜੇ ਭਗਤੀ ਕਰਦੇ ਆ, ਮਹਾਰਾਜ ਕਹਿੰਦੇ ਉਹਨਾਂ ਦੀ ਤੇ ਰਸਨਾ ਤੋਂ ਨਿਕਲੀ ਹੋਈ ਬਾਣੀ ਜਿਹੜੀ ਉੱਤਮ ਬਾਣੀ ਹੈ। ਭਗਤ ਜਨਾਂ ਕੀ ਉੱਤਮ ਬਾਣੀ, ਭਗਤੀ ਕਰਨ ਵਾਲੇ ਜਨਾਂ ਦੀ ਜਿਹੜੀ ਬਾਣੀ ਹੈ ਨਾ, ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ, ਉਹ ਉੱਤਮ ਹਨ, ਸ੍ਰੇਸ਼ਟ ਜੀਵਾਂ ਦੀ ਕਲਿਆਣ ਕਰਨ ਵਾਲੇ ਹਨ। ਜੁਗ ਜੁਗ ਰਹੀ ਸਮਾਈ। ਤੇ ਉਹਨਾਂ ਭਗਤਾਂ ਦੀ ਬਾਣੀ ਜੁਗਾਂ ਜੁਗਾਂ ਵਿੱਚ ਸਮਾ ਰਹੀ ਹੈ, ਸਾਰੇ ਪਾਸੇ ਸਮਾ ਰਹੀ ਹੈ, ਵਿਆਪਕ ਹੋ ਰਹੀ ਹੈ। ਭਗਤ ਕਬੀਰ ਸਾਹਿਬ ਜੀ ਵੇਖੋ, ਭਗਤ ਨਾਮਦੇਵ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਤੇ ਉਹਨਾਂ ਦੀ ਬਾਣੀ ਸਾਰੇ ਪਾਸੇ ਸਾਰੇ ਯੁੱਗਾਂ ਵਿੱਚ ਸਮਾਈ ਹੋਈ ਹੈ ਤੇ ਕਲਿਆਣ ਕਰ ਰਹੀ, ਅੱਜ ਵੀ ਕਲਿਆਣ ਕਰ ਰਹੀ ਹੈ। ਭਗਤਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਆਪਣੇ ਬਰਾਬਰ ਅੰਕਿਤ ਕੀਤੀ ਹੈ। ਅਥਵਾ ਭਗਤਾਂ ਦੀ ਜਿਹੜੀ ਬਾਣੀ ਹੈ ਉਹ ਇਹ ਕਥਨ ਕਰਦੀ ਹੈ ਕਿ ਪ੍ਰਭੂ ਦੀ ਜੋ ਚੇਤਨ ਸੱਤਾ ਹੈ ਉਹ ਜੁਗ ਜੁਗ ਰਹੀ ਸਮਾਈ, ਸਾਰੇ ਯੁੱਗਾਂ ਵਿੱਚ ਸਮਾ ਰਹੀ, ਵਿਆਪਕ ਹੋ ਰਹੀ ਹੈ ਪ੍ਰਭੂ ਦੀ ਜੋਤ ਤੇ ਪ੍ਰਭੂ ਦੀ ਚੇਤਨ ਸੱਤਾ। ਬਾਣੀ ਲਾਗੈ ਸੋ ਗਤ ਪਾਏ। ਜਿਹੜੇ ਭਾਈ ਭਗਤਾਂ ਦੀ ਬਾਣੀ ਦੇ ਨਾਲ ਲੱਗਦੇ ਆ, ਜੁੜਦੇ ਆ, ਗੁਰੂ ਕੀ ਬਾਣੀ ਨਾਲ ਲੱਗਦੇ ਹਨ, ਉਹ ਕਲਿਆਣ ਪਾ ਲੈਂਦੇ। ਸ਼ਬਦੇ ਸੱਚ ਸਮਾਈ। ਸ਼ਬਦ ਵਿੱਚ ਜੁੜ ਕਰਕੇ ਉਹ ਸੱਚ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਕਾਇਆ ਨਗਰੀ ਸਬਦੇ ਖੋਜੇ। ਇਹ ਕਾਇਆ ਸਰੀਰ ਰੂਪੀ ਇੱਕ ਨਗਰੀ ਹੈ, ਤੇ ਇਸ ਨਗਰੀ ਵਿੱਚ ਗੁਰੂ ਕੇ ਸ਼ਬਦ ਦੁਆਰਾ ਖੋਜਣਾ ਕਰੇ, ਖੋਜ ਕਰੇ। ਨਾਮ ਨਵੰ ਨਿਤ ਪਾਈ। ਤੇ ਫਿਰ ਕੀ ਪ੍ਰਾਪਤ ਹੋਵੇਗਾ ਖੋਜਦਿਆਂ ਹੋਇਆਂ?
ਨੌ ਨਿਧੀਆਂ ਦਾ ਜਿਹੜਾ ਖਜ਼ਾਨਾ ਨਾਮ ਹੈ, ਉਹ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹੇਸ਼ ਕਾ ਵਿਸਰਾਮ। ਇੱਥੇ ਰੱਖਿਆ ਹੋਇਆ ਪ੍ਰਭੂ ਨੇ ਇਸ ਦੇਹ ਦੇ ਵਿੱਚ ਹੀ ਨਾਮ ਦਾ ਖਜ਼ਾਨਾ। ਤੇ ਸ਼ਬਦ ਨਾਲ ਜਿਹੜੇ ਖੋਜਦੇ ਆ ਗੁਰੂ ਕੇ ਉਪਦੇਸ਼ ਨਾਲ, ਉਹ ਨੌ ਨਿਧੀਆਂ ਦਾ ਖਜ਼ਾਨਾ ਪਾ ਲੈਂਦੇ ਹਨ। ਮਨਸਾ ਮਾਰ ਮਨ ਸਹਿਜ ਸਮਾਣਾ। ਉਹ ਫਿਰ ਮਨ ਦੀਆਂ ਵਾਸ਼ਨਾ ਨੂੰ ਮਾਰ ਲੈਂਦੇ, ਉਹਨਾਂ ਦਾ ਮਨ ਸਹਿਜੇ ਹੀ ਸਮਾ ਜਾਂਦਾ ਹੈ ਪ੍ਰਭੂ ਵਿੱਚ। ਬਿਨ ਰਸਨਾ ਉਸਤਤ ਕਰਾਈ। ਉਸ ਵਾਹਿਗੁਰੂ ਜੀ ਦੀ ਉਸਤਤੀ ਕਰਦੇ ਤੇ ਕਰਾਉਂਦੇ ਆ ਜਿਹੜਾ ਰਸਨਾ ਆਦਿਕ ਇੰਦਰੀਆਂ ਤੋਂ ਬਿਨਾ ਹੈ ਪਰਮੇਸ਼ਰ, ਜਿਹਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਜਾਤ ਨਹੀਂ, ਗੋਤ ਨਹੀਂ, ਆਕਾਰ ਨਹੀਂ, ਜੋ ਨਿਰੰਕਾਰ ਹੈ। ਤੇ ਜਦੋਂ ਹੈ ਹੀ ਨਿਰੰਕਾਰ ਤੇ ਫਿਰ ਰਸਨਾ ਆਕਾਰ ਦੇ ਵਿੱਚ ਹੁੰਦੀ ਹੈ, ਉਹ ਰਸਨਾ ਤੋਂ ਵੀ ਬਿਨਾ ਹੈ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਬਾਤ ਨਹਿਨ ਜਿਹੇ, ਉਹ ਬਿਨਾ ਰਸਨਾ ਆਦਿਕ ਇੰਦਰੀਆਂ ਤੋਂ ਜੋ ਪਰਮੇਸ਼ਰ ਹੈ, ਉਹਦੀ ਉਸਤਤੀ ਕਰਦੇ ਵੀ ਆ ਤੇ ਕਰਾਉਂਦੇ ਵੀ ਆ। ਅਥਵਾ ਉਹ ਰਸਨਾ ਤੋਂ ਬਿਨਾ ਉਸਤਤੀ ਕਰਦੇ ਹਨ ਤੇ ਕਰਾਉਂਦੇ ਹਨ। ਉਹ ਪ੍ਰੀਤ ਰੂਪੀ ਰਸਨਾ ਨਾਲ ਅੰਤਰਮੁਖੀ ਉਸਤਤੀ ਕਰਦੇ ਹਨ। ਉਹ ਮਧਮਾ ਦੇ ਵਿੱਚ ਉਸਤਤੀ ਕਰਦੇ ਤੇ ਕਰਾਉਂਦੇ ਹਨ। ਲੋਇਨ ਦੇਖ ਰਹੇ ਬਿਸਮਾਦੀ। ਉਹ ਨੇਤਰਾਂ ਦੇ ਨਾਲ ਵੇਖ ਕਰਕੇ ਉਸ ਪਰਮੇਸ਼ਰ ਨੂੰ ਬਿਸਮਾਦ ਅਸਚਰਜ ਸਰੂਪ ਦੇ ਵਿੱਚ ਅਸਚਰਜ ਹੋ ਜਾਂਦੇ ਹਨ। ਚਿੱਤ ਅਦਿਸਟ ਲਗਾਈ। ਉਹਨਾਂ ਦਾ ਚਿੱਤ ਜੋ ਦ੍ਰਿਸ਼ਟੀ ਤੋਂ ਪਰੇ ਹੈ ਨਾ, ਉਸ ਅਦ੍ਰਿਸ਼ਟ ਸਰੂਪ ਵਿੱਚ ਲੱਗ ਜਾਂਦਾ, ਜੁੜ ਜਾਂਦਾ ਹੈ। ਅਦਿਸਟ ਸਦਾ ਰਹਿ ਨਿਰਾਲਮ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦ੍ਰਿਸ਼ਟੀ ਤੋਂ ਪਰੇ ਹੈ, ਬਾਹਰਲੀਆਂ ਇਹਨਾਂ ਅੱਖਾਂ ਤੋਂ ਦਿਸਣ ਤੋਂ ਰਹਿਤ ਹੈ। ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਿਸੰਦੋ ਮਾ ਪਿਰਿਓ ਅੱਖਾਂ ਹੀ ਹੋਰ ਹਨ। ਉਹ ਭਾਵਨਾ ਦੀਆਂ, ਉਹ ਸ਼ਰਧਾ ਤੇ ਵਿਸ਼ਵਾਸ ਵਾਲੀਆਂ ਅੱਖਾਂ, ਉਹਨਾਂ ਨਾਲ ਦਿਸਦਾ। ਇਹਨਾਂ ਅੱਖਾਂ ਦੇ ਦਿਸਣ ਤੋਂ ਰਹਿਤ ਹੈ ਤੇ ਸਦਾ ਰਹਿ ਨਿਰਾਲਮ, ਉਹ ਸਦਾ ਹੀ ਨਿਰਲੇਪ ਰਹਿੰਦਾ ਹੈ ਪਰਮੇਸ਼ਰ ਵਾਹਿਗੁਰੂ। ਜੋਤੀ ਜੋਤ ਮਿਲਾਈ। ਉਸ ਜੋਤੀ ਸਰੂਪ ਦੇ ਵਿੱਚ ਗੁਰਮੁਖਾਂ ਦੀ ਭਗਤਾਂ ਦੀ ਜੋਤ ਮਿਲ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਆਓ ਗੁਰ ਸਾਲਾਹੀ ਸਦਾ ਆਪਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਸਦਾ ਸਿਫਤ ਕਰਦੇ ਹਾਂ। ਜਿਨ ਸਾਚੀ ਬੂਝ ਬੁਝਾਈ। ਜਿਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਸੱਚੀ ਸਮਝ, ਸੱਚੀ ਸਿੱਖਿਆ ਸਾਨੂੰ ਬੁਝਾ ਦਿੱਤੀ ਹੈ, ਸਮਝਾ ਦਿੱਤੀ ਹੈ। ਨਾਨਕ ਏਕ ਕਹੈ ਬੇਨੰਤੀ। ਮਹਾਰਾਜ ਕਹਿੰਦੇ ਭਾਈ ਹੁਣ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ, ਇਹ 27 ਪਦਿਆਂ ਵਾਲੇ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਇੱਕ ਤੁਹਾਨੂੰ ਬੇਨਤੀ ਕਹਿੰਦੇ ਹਾਂ। ਨਾਵਹੁ ਗਤ ਪਤ ਪਾਈ। ਕਿ ਨਾਮ ਨਾਲ ਜੁੜ ਜਾਓ, ਨਾਮ ਜਪੋ। ਨਾਮ ਨਾਲ ਹੀ ਗਤ ਕਲਿਆਣ ਪ੍ਰਾਪਤ ਹੁੰਦੀ ਹੈ ਤੇ ਨਾਮ ਨਾਲ ਹੀ ਪੱਤ ਪਾਈ ਜਾਂਦੀ, ਇੱਜ਼ਤ ਵੀ ਨਾਮ ਨਾਲ ਹੀ ਮਿਲਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਗਤ ਕਲਿਆਣ ਵੀ ਪਾ ਲਈ ਤੇ ਪੱਤ ਇੱਜ਼ਤ ਵੀ ਪਾ ਲਈ। ਇਹ ਲੋਕ ਵੀ ਸੁਖੀ ਹੋ ਗਿਆ ਤੇ ਪਰਲੋਕ ਵੀ ਉਹਨਾਂ ਦਾ ਸੁਹੇਲਾ ਹੋ ਗਿਆ, ਜਿਹੜੇ ਨਾਮ ਵਿੱਚ ਜੁੜ ਗਏ, ਜਿਨ੍ਹਾਂ ਨੇ ਨਾਮ ਜਪਿਆ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਨਾਮ ਦੀ ਹੀ ਮਹਾਨ ਮਹਿਮਾ ਹੈ। ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਬੇਨਤੀ ਕਹਿੰਦੇ। ਵੇਖੋ ਉਂਝ ਆਪਾਂ ਇਹ ਅੱਖਰ ਵਰਤਦੇ ਹਾਂ ਕਿ ਗੁਰੂ ਸਾਹਿਬ ਜੀ ਦਾ ਹੁਕਮਨਾਮਾ, ਭਾਵ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਹੈ। ਤੇ ਗੁਰੂ ਸਾਹਿਬ ਕਈ ਵਾਰੀ ਪਿਆਰ ਵਿੱਚ ਆ ਕਰਕੇ ਹੁਕਮ ਦੀ ਥਾਂ ਤੇ ਬੇਨਤੀ ਵੀ ਕਰ ਦਿੰਦੇ। ਇੱਥੇ ਬੇਨਤੀ ਆਖਿਆ ਮਹਾਰਾਜ ਨੇ ਸ਼ਬਦ ਦੀ ਸਮਾਪਤੀ ਤੇ, ਨਾਨਕ ਏਕ ਕਹੈ ਬੇਨੰਤੀ। ਕਿੱਡੀ ਵੱਡੀ ਨਿਮਰਤਾ ਸਤਿਗੁਰਾਂ ਦੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੇ ਤੁਸੀਂ ਸਾਡੀ ਬੇਨਤੀ ਮੰਨ ਲਓ। ਨਾਵਹੁ ਗਤ ਪਤ ਪਾਈ। ਨਾਮ ਜਪੋ ਤੇ ਨਾਮ ਨਾਲ ਹੀ ਮੁਕਤੀ ਮਿਲਦੀ ਹੈ ਤੇ ਨਾਮ ਨਾਲ ਹੀ ਇੱਜ਼ਤ ਮਿਲਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਕਿੱਡੀ ਵੱਡੀ ਇੱਜ਼ਤ ਮਿਲੀ ਹੈ। ਉਹਨਾਂ ਨੂੰ ਆਖਿਆ ਧੰਨ 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 ਜਨ ਆਇਆ, ਜਿਨ੍ਹਾਂ ਨਾਮ ਜਪਿਆ ਤੇ ਜਪਾਇਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜੇ ਸਦਾ ਨਮਸਕਾਰਾਂ ਹੁੰਦੀਆਂ ਤੇ ਨਾਮ ਕਰਕੇ ਹੁੰਦੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ,
ਜਿਉ ਹੋਵੇ ਸਾਹਿਬ ਸਿਉ ਮੇਲ। ਹਉ ਗੁਰ ਸਾਲਾਹੀ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਕਹਿ ਬੇਨੰਤੀ, ਨਾਵਹੁ ਗਤ ਪਦ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।